परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਅਤੇ ਅੱਜ ਦੀਆਂ ਗਵਾਹੀਆਂ ਮੇਰੀਆਂ ਆਪਣੀਆਂ ਹੀ ਗਵਾਹੀਆਂ ਆ, ਜੋ ਪਿਛਲੇ 15 ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਦੀਆਂ ਗਵਾਹੀਆਂ ਆ। ਤਾਂ ਸਭ ਤੋਂ ਪਹਿਲੀ ਗਵਾਹੀ ਇਹ ਆ ਕਿ ਮੇਰਾ ਅੱਧਾ ਸਿਰ ਬਹੁਤ ਜ਼ਿਆਦਾ ਦੁਖਦਾ ਰਹਿੰਦਾ ਸੀ। ਅੱਖ ਤੋਂ ਲੈ ਕੇ ਪਿੱਛੇ ਗਰਦਨ ਤੱਕ ਮੇਰੀ ਬਹੁਤ ਜ਼ਿਆਦਾ ਦਰਦ ਹੁੰਦੀ ਸੀ। ਮੈਂ 1 ਮਹੀਨੇ ਦੇ ਵਿੱਚ 2 ਪੱਤੇ ਗੋਲੀਆਂ ਦੇ ਖਾ ਜਾਂਦੀ ਸੀ ਔਰ ਉਸ ਗੋਲੀ ਤੋਂ ਬਿਨਾਂ ਮੇਰੇ ਸਿਰ ਨੂੰ ਬਿਲਕੁਲ ਵੀ ਫਰਕ ਨਹੀਂ ਸੀ ਪੈਂਦਾ। ਮੈਂ ਵਰਤ ਦੇ ਵਿੱਚ ਉਸ ਦੁੱਖ ਦੇ ਲਈ ਪ੍ਰਾਰਥਨਾ ਕੀਤੀ ਸੀ, ਪਰ ਉਸ ਇੰਸਟੈਂਟਲੀ ਮੈਨੂੰ ਉਹਦਾ ਰਿਜ਼ਲਟ ਤਾਂ ਨਹੀਂ ਮਿਲਿਆ। ਪਰ ਹੁਣ ਮੈਂ ਕਾਫੀ ਦਿਨਾਂ ਤੋਂ ਚੈੱਕ ਕਰ ਰਹੀ ਹਾਂ ਕਿ ਮੇਰੇ ਸਿਰ ਦੇ ਵਿੱਚ ਦਰਦ ਨਹੀਂ ਹੋਇਆ। ਨਹੀਂ ਤਾਂ ਇੱਕ ਦਿਨ ਛੱਡ ਕੇ ਦੂਜੇ ਦਿਨ ਮੇਰੇ ਦਰਦ ਹੁੰਦਾ ਸੀ। ਔਰ ਜਦੋਂ ਮੈਂ ਸਰਾਣੇ ਥੱਲੇ ਉੱਪਰ ਸਿਰ ਰੱਖਦੀ ਸੀ ਤਾਂ ਮੈਨੂੰ ਇੱਦਾਂ ਲੱਗਦਾ ਸੀ ਕਿ ਜਿੱਦਾਂ ਮੈਂ ਥੱਲੇ ਵੱਟੇ ਰੱਖੇ ਹੋਏ ਨੇ। ਈਵਨ ਮੇਰਾ ਸਰਾਣੇ 'ਤੇ ਵੀ ਸਿਰ ਨਹੀਂ ਸੀ ਲੱਗਦਾ ਔਰ ਉਸ ਸਿਰ ਦਰਦ ਦੇ ਕਰਕੇ ਮੈਥੋਂ ਚੱਲ ਫਿਰ ਵੀ ਨਹੀਂ ਸੀ ਹੁੰਦਾ। ਮੇਰੀ ਅੱਖ ਵੀ ਇੱਕ ਸਾਈਡ ਦੀ ਖੁੱਲ੍ਹਦੀ ਨਹੀਂ ਸੀ ਹੁੰਦੀ। ਅੱਧਾ ਸਿਰ ਮੇਰਾ ਬਹੁਤ ਬੁਰੇ ਤਰੀਕੇ ਨਾਲ ਦੁਖਦਾ ਹੀ ਰਹਿੰਦਾ ਸੀ। ਮੈਂ ਵਰਤ ਦੇ ਵਿੱਚ ਜ਼ਰੂਰ ਉਹਦੇ ਲਈ ਪ੍ਰਾਰਥਨਾ ਕੀਤੀ ਸੀਗੀ ਔਰ ਉਸ ਤੋਂ ਬਾਅਦ ਮੈਂ ਕਦੇ ਵੀ ਇਸ ਰੋਗ ਲਈ ਪ੍ਰਾਰਥਨਾ ਨਹੀਂ ਕੀਤੀ। ਪਰ ਪਰਮੇਸ਼ਰ ਨੇ ਸੱਚਮੁੱਚ ਮੈਨੂੰ ਬਿਨਾਂ ਮੰਗੇ ਹੀ ਇਸ ਰੋਗ ਤੋਂ ਬਿਲਕੁਲ ਆਜ਼ਾਦ ਕਰ ਦਿੱਤਾ। ਔਰ ਦੂਸਰੀ ਗਵਾਹੀ ਮੇਰੀ ਆ ਕਿ ਮੈਨੂੰ ਖੰਘ ਨਹੀਂ ਸੀ ਲੱਗੀ ਹੁੰਦੀ, ਪਰ ਹਫਤੇ ਦੇ ਵਿੱਚ ਇੱਕ ਦਿਨ ਮੈਨੂੰ ਅਜਿਹੀ ਖੰਘ ਲੱਗਦੀ ਸੀ, ਇੱਦਾਂ ਲੱਗਦਾ ਸੀ ਕਿ ਜਿੱਦਾਂ ਅਸਥਮੇ ਵਾਲੇ ਪੇਸ਼ੈਂਟ ਹੁੰਦੇ ਆ। ਇੰਨੀ ਜ਼ਿਆਦਾ ਖਾਂਸੀ ਆਉਂਦੀ ਸੀ ਮੈਨੂੰ ਕਿ ਮੈਂ ਸਾਰੀ ਰਾਤ ਖੰਘਦੀ ਰਹਿੰਦੀ ਸੀ। ਔਰ ਜਦੋਂ ਮੈਂ ਖੰਘਦੀ ਸੀ ਤਾਂ ਮੇਰਾ ਮੂੰਹ ਬਿਲਕੁਲ ਰੇਸ਼ੇ ਨਾਲ ਭਰ ਜਾਂਦਾ ਸੀ ਔਰ ਉਹਦੇ ਕਰਕੇ ਮੈਨੂੰ ਉਲਟੀਆਂ ਆ ਜਾਂਦੀਆਂ ਸੀ। ਔਰ ਇਸ ਖਾਂਸੀ ਦੇ ਲਈ ਮੈਂ ਵਿਕਸ ਖਾਣੀ, ਮੈਂ ਗਲੇ ਦੇ ਉੱਤੇ ਝੰਡੂ ਬਾਮ ਵੀ ਲਗਾ ਲੈਣਾ ਔਰ ਮੈਂ ਮੈਡੀਸਨ ਵੀ ਲੈਣੀ, ਪਰ ਕੋਈ ਵੀ ਅਸਰ ਨਹੀਂ ਹੁੰਦਾ ਸੀ। ਨਾਲ ਦੀ ਨਾਲ ਹੀ ਮੈਨੂੰ ਉਲਟੀ ਆ ਜਾਂਦੀ ਸੀ। ਔਰ ਮੈਨੂੰ ਕਿਸੇ ਨੇ ਦੱਸਿਆ ਵੀ ਸੀ ਕਿ ਇਹ ਖੰਘ ਤੇਰੀ ਨਾਰਮਲ ਨਹੀਂ ਆ, ਤੇਰੇ 'ਤੇ ਕੋਈ ਦੁਸ਼ਟ ਅਟੈਕ ਕਰ ਰਿਹਾ। ਔਰ ਇਸ ਗੱਲ ਦਾ ਮੈਨੂੰ ਖੁਦ ਵੀ ਅੰਦਾਜ਼ਾ ਸੀ, ਕਿਉਂਕਿ ਅਗਰ ਸਾਨੂੰ ਖਾਂਸੀ ਹੋਵੇ ਨਾ, ਇੰਨੀ ਜ਼ਿਆਦਾ ਖਾਂਸੀ ਹੋਵੇ ਤਾਂ ਹਰ ਰੋਜ਼ ਹੀ ਆਉਂਦੀ ਆ। ਉਹ ਇਹ ਨਹੀਂ ਕਿ ਹਫਤੇ 'ਚ ਇੱਕ ਦਿਨ ਆਏਗੀ ਜਾਂ 15 ਦਿਨਾਂ ਬਾਅਦ ਇੱਕ ਦਿਨ ਆਏਗੀ। ਤਾਂ ਮੈਨੂੰ 15 ਦਿਨਾਂ ਬਾਅਦ, ਕਦੇ ਹਫਤੇ ਬਾਅਦ ਬਹੁਤ ਬੁਰੇ ਤਰੀਕੇ ਦੇ ਨਾਲ ਖਾਂਸੀ ਆਉਂਦੀ ਸੀ। ਮੈਂ ਰੋਣ ਲੱਗ ਜਾਂਦੀ ਸੀ, ਮੈਨੂੰ ਉਲਟੀਆਂ ਆਉਂਦੀਆਂ ਸੀ ਔਰ ਕੁਝ ਵੀ ਮੈਂ ਕਰ ਲਾਂ ਉਹ ਠੀਕ ਨਹੀਂ ਸੀ ਹੁੰਦੀ। ਅਗਰ ਮੈਂ ਪ੍ਰੇਅਰ ਕਰਵਾ ਲੈਂਦੀ ਸੀ ਕਿਸੇ ਤੋਂ ਤਾਂ ਉਹਦੇ ਨਾਲ ਠੀਕ ਹੋ ਜਾਂਦੀ ਸੀ। ਤਾਂ ਮੈਂ ਪਰਮੇਸ਼ਰ ਅੱਗੇ ਵਰਤ ਦੇ ਵਿੱਚ ਇਸ ਲਈ ਦੁਆ ਕੀਤੀ ਸੀ ਕਿ ਪਰਮੇਸ਼ਰ, ਮੈਂ ਕਿੰਨਾ ਸਮਾਂ ਕਿਸੇ ਤੋਂ ਪ੍ਰੇਅਰ ਕਰਵਾਵਾਂਗੀ ਕਿ ਇਸ ਦੁੱਖ ਦਾ ਤੇਰੇ ਕੋਲ ਇਲਾਜ ਨਹੀਂ ਹੈਗਾ। ਪਰ ਇਹ ਵੀ ਗਵਾਹੀ ਹੈ ਕਿ ਉਦੋਂ ਇੱਕਦਮ ਮੈਨੂੰ ਇਸ ਚੀਜ਼ ਦਾ ਰਿਜ਼ਲਟ ਨਹੀਂ ਮਿਲਿਆ। ਸ਼ਾਇਦ ਪਰਮੇਸ਼ਰ ਪਰਖਦੇ ਹੋਣ ਕਿ ਇਹਨੂੰ ਇਸ ਦੁੱਖਾਂ ਦਾ ਛੁਟਕਾਰੇ ਲਈ ਇਹਨੇ ਵਰਤ ਰੱਖੇ ਸੀ। ਅਗਰ ਮੈਂ ਨਹੀਂ ਠੀਕ ਕਰਦਾ ਤਾਂ ਕੀ ਇਹ ਮੇਰੇ 'ਚ ਬਣੀ ਰਹੇਗੀ। ਤਾਂ ਇਸ ਪ੍ਰੋਬਲਮ ਨੂੰ ਮੈਂ ਲਾਸਟ 15 ਦਿਨਾਂ ਤੋਂ, ਈਵਨ ਮਹੀਨੇ ਤੋਂ ਹੀ ਚੈੱਕ ਕਰ ਰਹੀ ਹਾਂ ਕਿ ਮੈਨੂੰ ਪੂਰੇ ਮਹੀਨੇ ਹੀ ਹੋ ਗਿਆ ਆ ਕਿ ਮੈਨੂੰ ਖਾਂਸੀ ਉਹ ਨਹੀਂ ਆਈ, ਜਦ ਕਿ ਇੰਨੇ ਗੰਦੇ ਤਰੀਕੇ ਨਾਲ ਖਾਂਸੀ ਆਉਂਦੀ ਸੀ ਕਿ ਜਿੱਦਾਂ ਮੈਂ ਸੌਂਦੀ ਵੀ ਸੀ ਨਾ ਤਾਂ ਮੇਰੀ ਛਾਤੀ 'ਚੋਂ ਸ਼ੈਂ ਦੀ ਆਵਾਜ਼ ਆਉਂਦੀ ਸੀ। ਔਰ ਜਦੋਂ ਮੈਂ ਸਾਹ ਅੰਦਰੋਂ ਖਿੱਚਦੀ ਸੀ ਤਾਂ ਮੇਰੇ ਮੂੰਹ ਦੇ ਵਿੱਚ ਉਹਦੇ ਨਾਲ ਰੇਸ਼ਾ ਵੀ ਆ ਜਾਂਦਾ ਸੀਗਾ। ਔਰ ਉਸ ਖਾਂਸੀ ਤੋਂ ਮੈਂ ਬਿਲਕੁਲ ਛੁਟਕਾਰਾ ਪਾਇਆ ਆ। ਔਰ ਤੀਸਰੀ ਗਵਾਹੀ ਮੇਰੀ ਆ ਕਿ ਅਗਸਤ ਦੀ 20 ਤੋਂ ਲੈ ਕੇ 22 ਤਰੀਕ ਤੱਕ ਮੇਰੇ ਮੂੰਹ ਦੇ ਉੱਤੇ ਬਹੁਤ ਬੁਰੇ ਤਰੀਕੇ ਦੀ ਐਲਰਜੀ ਨਿਕਲ ਆਈ। ਮੇਰੇ ਨੱਕ ਦੇ ਉੱਤੇ 7 ਰਿੰਗ ਬਣ ਗਈਆਂ ਸੀ, ਜਿਹਨੂੰ ਦੱਦ ਕਹਿ ਦਿੰਦੇ ਆ ਕਈ। ਗੋਲ ਐਲਰਜੀ ਬਣ ਜਾਂਦੀ ਸੀ ਨੱਕ ਦੇ ਅੰਦਰ ਵੀ, ਨੱਕ ਦੇ ਅੱਗੇ ਵੀ 3 ਬਣ ਗਈਆਂ, ਨੱਕ ਦੇ ਉੱਪਰ ਵੀ। ਔਰ ਦੋਨੋਂ ਸਾਈਡ ਗੱਲਾਂ ਦੇ ਉੱਤੇ ਵੱਡੇ ਘੇਰੇ ਬਣ ਗਏ ਸੀ ਜਿੱਦਾਂ ਰੋਟੀ ਹੁੰਦੀ ਆ। ਔਰ ਇੱਕ ਸਾਈਡ ਗਲ ਦੇ ਉੱਤੇ 3 ਘੇਰੇ, ਮਤਲਬ 10-12 ਰਿੰਗ ਐਲਰਜੀ ਮੇਰੇ ਮੂੰਹ ਦੇ ਉੱਤੇ ਹੋ ਗਈ। ਔਰ ਉਹਦੇ ਕਰਕੇ ਮੇਰਾ ਮੂੰਹ ਛਿੱਲਿਆ ਗਿਆ ਸੀ, ਜਿੱਦਾਂ
ਜਿੱਦਾਂ ਨਵਾਂ ਆਲੂ ਹੁੰਦਾ ਉਹਦੇ ਤੋਂ ਸਕਿਨ ਲੈਂਦੀ ਹੁੰਦੀ ਨਾ, ਉਸ ਤਰ੍ਹਾਂ ਦਾ ਮੇਰੇ ਮੂੰਹ ਦੇ ਉੱਤੋਂ ਮਾਸ ਲੈਣਾ ਸ਼ੁਰੂ ਹੋ ਗਿਆ ਸੀ। ਔਰ ਇੱਦਾਂ ਲੱਗਦਾ ਹੁੰਦਾ ਸੀ ਕਿ ਮੂੰਹ ਦੇ ਵਿੱਚ ਰੇਸ਼ਾ ਪਿਆ ਔਰ ਬਹੁਤ ਜ਼ਿਆਦਾ ਸੁੱਜ ਗਿਆ ਸੀ। ਔਰ ਮੈਂ ਬਹੁਤ ਜ਼ਿਆਦਾ ਰੋਂਦੀ ਸੀ ਕਿ ਪਰਮੇਸ਼ਰ ਇਹ ਕੀ ਹੋ ਰਿਹਾ। ਤਾਂ ਜਦੋਂ ਕਿਸੇ ਦਾ ਪ੍ਰੇਅਰ ਦੇ ਲਈ ਫੋਨ ਆਉਣਾ, ਮੈਂ ਅੱਖਾਂ ਸਾਫ਼ ਕਰਨੀਆਂ, ਆਪਣਾ ਗਲਾ ਸਾਫ਼ ਕਰਨਾ, ਪ੍ਰੇਅਰ ਕਰ ਦੇਣੀ। ਪ੍ਰੇਅਰ ਕਰਨ ਤੋਂ ਬਾਅਦ ਮੈਂ ਫਿਰ ਰੋਣ ਲੱਗ ਜਾਣਾ ਕਿ ਪਰਮੇਸ਼ਰ ਇਹ ਸਭ ਕੀ ਹੋ ਰਿਹਾ ਆ। ਕਿਉਂਕਿ ਉਦੋਂ ਮੈਂ ਸਾਰਿਆਂ ਦੇ ਨਾਲ ਡੇਟ ਫਿਕਸ ਕਰ ਰਹੀ ਸੀ ਕਿ ਆਪਾਂ 1 ਨੂੰ ਮਿਲਣਾ ਹੈ, ਆਪਾਂ ਤੁਹਾਡੇ ਘਰ 2 ਨੂੰ ਆਵਾਂਗੇ, ਆਪਾਂ ਤੁਹਾਡੇ ਘਰ 3 ਨੂੰ ਆਵਾਂਗੇ। ਤਾਂ ਮੈਂ ਸੋਚਿਆ ਕਿ ਪਰਮੇਸ਼ਰ ਕਿਤੇ ਅਜਿਹਾ ਤਾਂ ਨਹੀਂ ਕਿ ਤੁਸੀਂ ਨਹੀਂ ਚਾਹੁੰਦੇ ਵੀ ਮੈਂ ਕਿਸੇ ਦੇ ਘਰ ਦੇ ਵਿੱਚ ਜਾਵਾਂ, ਜਾਂ ਫਿਰ ਇਹ ਸ਼ੈਤਾਨ ਵੱਲੋਂ ਰੁਕਾਵਟ ਹੈ। ਖੁਦਾ ਮੈਨੂੰ ਕੁਝ ਤਾਂ ਦੱਸ ਵੀ ਮੈਂ ਕੀ ਕਰਾਂ, ਮੇਰੇ ਮੂੰਹ ਨੂੰ ਕੀ ਹੋ ਗਿਆ ਅਚਾਨਕ। ਔਰ ਮੈਂ ਖੁਦ ਵੀ ਸ਼ੀਸ਼ੇ 'ਚ ਦੇਖ ਨਹੀਂ ਸੀ ਪਾਉਂਦੀ, ਜਿੱਦਾਂ ਰੇਸ਼ਾ ਪਿਆ ਹੁੰਦਾ ਮੇਰਾ ਸਾਰਾ ਮੂੰਹ ਇੰਨਾ ਗੰਦਾ ਹੋ ਗਿਆ ਸੀਗਾ। ਔਰ ਮੈਂ ਬਹੁਤ ਜ਼ਿਆਦਾ ਦੁਆ ਕੀਤੀ। ਔਰ ਇੱਕ ਸਿਸਟਰ ਸੀ, ਉਹਨਾਂ ਦਾ ਵੀ ਮੈਨੂੰ ਫੋਨ ਆਇਆ ਔਰ ਉਹ ਵੀ ਕਹਿ ਰਹੇ, ਉਹਨਾਂ ਨਾਲ ਮੈਂ ਡਿਸਕਸ ਕਰ ਲਿਆ ਬਿਕੋਜ਼ ਉਹ ਬਹੁਤ ਨਾਈਸ ਨੇ, ਮੈਂ ਆਪਣੀ ਸਿਸਟਰ ਦੀ ਤਰ੍ਹਾਂ ਉਹਨਾਂ ਨੂੰ ਮੰਨਦੀ ਹਾਂ। ਔਰ ਉਹਨਾਂ ਨੇ ਵੀ ਮੇਰੇ ਲਈ ਬਹੁਤ ਪ੍ਰੇਅਰ ਕੀਤੀ। ਔਰ ਮੈਂ ਸੱਚ ਜਾਣਾ ਕਿ ਮੈਂ ਇੱਕ ਮੈਡੀਸਨ, ਮੇਰੇ ਫਾਦਰ ਮੈਡੀਸਨ ਲੈ ਕੇ ਆਏ ਔਰ ਮੈਂ ਕਿਹਾ ਪਰਮੇਸ਼ਰ ਮੈਂ ਇਹ ਮੈਡੀਸਨ ਖਾਣੀ ਹੈ, ਅਗਰ ਨਾ ਠੀਕ ਹੋਇਆ ਤਾਂ ਮੈਂ ਉਸ ਤੋਂ ਬਾਅਦ ਕਦੇ ਮੈਡੀਸਨ ਨਹੀਂ ਖਾਣੀ, ਫਿਰ ਚਾਹੇ ਮੇਰੇ ਮੂੰਹ ਨੂੰ ਕੁਝ ਵੀ ਹੋ ਜਾਵੇ। ਤਾਂ ਮੈਂ ਸਿਰਫ ਇੱਕੋ ਮੈਡੀਸਨ ਖਾਧੀ ਤਾਂ ਉਹਦੇ ਨਾਲ ਮੇਰੇ ਮੂੰਹ ਤੋਂ ਖਾਰਿਸ਼ ਹਟ ਗਈ। ਨਹੀਂ ਤਾਂ ਖਾਰਿਸ਼ ਮੈਂ ਇੰਨੀ ਜ਼ਿਆਦਾ ਕਰਦੀ ਸੀ, ਮੈਂ 9 ਮਾਰ ਕੇ ਮੂੰਹ ਦੇ ਵਿੱਚੋਂ ਖੂਨ ਕੱਢ ਲੈਂਦੀ ਸੀ, ਇੰਨਾ ਬੁਰਾ ਹਾਲ ਹੁੰਦਾ ਸੀ। ਔਰ ਇਹ ਲਾਸਟ 15 ਅਗਸਤ ਦੀ 20 ਤੋਂ 22 ਤਰੀਕ ਤੱਕ ਦੀ ਗੱਲ ਆ। ਔਰ 1 ਤਰੀਕ ਨੂੰ ਮੈਂ ਜਾਣਾ ਸੀ ਘਰ ਤੋਂ ਬਾਹਰ, ਤੇ 1 ਤਰੀਕ ਤੋਂ 2-4 ਦਿਨ ਪਹਿਲਾਂ ਹੀ ਮੇਰਾ ਫੇਸ ਬਿਲਕੁਲ ਠੀਕ ਹੋ ਗਿਆ। ਔਰ ਸੱਚਮੁੱਚ ਮੈਂ ਹੈਰਾਨ ਸੀ ਕਿ ਪਰਮੇਸ਼ਰ ਇਹ ਸਭ ਕਿੱਦਾਂ ਹੋ ਗਿਆ, ਕਿਉਂਕਿ ਤੂੰ ਕਰਨ ਵਾਲਾ ਆ ਸੱਚਮੁੱਚ। ਪਰ ਮੈਂ ਡਰ ਗਈ ਸੀ, ਮੈਂ ਘਬਰਾ ਗਈ ਸੀ ਕਿ ਪਤਾ ਨਹੀਂ ਪ੍ਰਭੂ ਕਿ ਤੇਰੀ ਮਰਜ਼ੀ ਨਹੀਂ ਹੈ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਜਾਵਾਂ, ਜਾਂ ਫਿਰ ਸ਼ੈਤਾਨ ਮੇਰੇ ਲਈ ਰੁਕਾਵਟ ਪਾ ਰਿਹਾ ਕਿ ਉਹਨਾਂ ਦੇ ਵਿੱਚ ਨਿਕਲ ਨਾ ਪਾਵੇ। ਕਿਉਂਕਿ ਅਸੀਂ ਸਾਰੇ ਜਾਣਦੇ ਕਿ ਸਾਡਾ ਫੇਸ ਸਾਡੀ ਪਹਿਚਾਣ ਹੁੰਦਾ ਆ, ਤੇ ਜੇ ਮੇਰਾ ਇੰਨਾ ਫੇਸ ਗੰਦਾ ਹੋਏਗਾ, ਮੈਂ ਕਿਸੇ ਦੇ ਘਰ 'ਚ ਜਾਵਾਂਗੀ ਤਾਂ ਕੋਈ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ ਕਿ ਆਪਣੇ ਤਾਂ ਰੋਗਾਂ ਨਾਲ ਭਰੀ ਆ। ਔਰ ਈਵਨ ਮੈਂ ਖੁਦ ਨਹੀਂ ਉਹਨੂੰ ਦੇਖ ਪਾ ਰਹੀ ਸੀ, ਕਿਸੇ ਹੋਰ ਨੇ ਮੇਰੇ ਵੱਲ ਕੀ ਦੇਖਣਾ ਸੀਗਾ। ਪਰ ਪਰਮੇਸ਼ਰ ਨੇ ਮੈਨੂੰ ਉਸ ਰੋਗ ਤੋਂ ਵੀ ਛੁਟਕਾਰਾ ਦਿੱਤਾ ਔਰ ਹੁਣ ਮੇਰਾ ਫੇਸ ਬਿਲਕੁਲ ਠੀਕ ਆ। ਲਾਸਟ ਗਵਾਹੀ ਹੈ, ਬਹੁਤ ਇਨਕ੍ਰੈਡੀਬਲ ਗਵਾਹੀ ਹੈ, ਈਵਨ ਕਿ ਮੈਂ ਖੁਦ ਬਹੁਤ ਜ਼ਿਆਦਾ ਸ਼ੌਕਡ ਸੀ। ਇਹ ਗਵਾਹੀ 2 ਤਰੀਕ ਦੀ ਆ। 2 ਤਰੀਕ ਸ਼ਾਮੀ 4 ਵਜੇ ਮੈਂ ਟਾਂਡਾ ਤੋਂ ਵਾਪਸ ਆਉਂਦੇ ਹੋਏ ਇੱਕ ਪਿੰਡ ਦੇ ਵਿੱਚ ਰੁਕਣਾ ਸੀਗਾ। ਔਰ ਉੱਥੇ ਆ ਕੇ ਨਾ ਮੈਂ ਇਹ ਸੋਚਿਆ ਕਿ 4 ਵਜੇ ਨੇ, ਮੈਂ ਇੱਦਾਂ ਕਰਦੀ ਪ੍ਰਾਰਥਨਾ ਜੋ ਹੈ ਨਾ, ਸ਼ਾਮ ਦੀ ਪ੍ਰਾਰਥਨਾ ਜੋ ਮੈਂ 5 ਵਜੇ ਪਾਣੀ ਸੀ, ਤੇ ਮੈਂ 70% ਉਹ ਪ੍ਰੇਅਰ ਪਾ ਕੇ ਤੇ ਮੈਂ ਆਪਣਾ ਫੋਨ ਫਲਾਈਟ ਮੋਡ ਤੇ ਲਗਾ ਦਿੱਤਾ। ਮੈਂ ਸੋਚਿਆ ਕਿ ਜਦੋਂ 5 ਵੱਜਣਗੇ ਬਾਕੀ ਦੀ 30% ਪ੍ਰਾਰਥਨਾ ਮੈਂ 5 ਮਿੰਟ ਰਹਿੰਦੇ ਹੀ ਪਾ ਦੇਵਾਂਗੀ, ਤਾਂ ਕਿ ਮੈਨੂੰ ਜ਼ਿਆਦਾ ਸਮਾਂ ਨਾ ਲੱਗੇ। ਅਗਰ ਮੈਂ ਅਗਲੇ ਦੇ ਘਰ ਦੇ ਵਿੱਚ ਫੋਨ ਦੇ ਵਿੱਚ ਲੱਗੀ ਰਹੀ, ਕਿਉਂਕਿ ਉਹਦੇ ਵਿੱਚ ਕਾਫੀ ਟਾਈਟਲ ਲਿਖਣਾ ਹੁੰਦਾ, ਡਿਸਕ੍ਰਿਪਸ਼ਨ ਲਿਖਣੀ ਹੁੰਦੀ, ਉਹਦੇ ਲਈ ਟਾਈਮ ਲੱਗਦਾ। ਤੇ ਮੈਂ ਰੋਡ ਤੇ ਬਾਹਰ ਖੜੇ ਹੋ ਕੇ ਉਹਨੂੰ 70% ਪਾ ਕੇ ਫੋਨ ਆਪਣਾ ਫਲਾਈਟ ਮੋਡ ਤੇ ਲਗਾ ਦਿੱਤਾ। ਤਾਂ ਉਸ ਘਰ ਦੇ ਵਿੱਚ ਵਚਨ ਕਰਦਿਆਂ, ਪ੍ਰਾਰਥਨਾ ਕਰਦਿਆਂ, ਖਾਣਾ ਖਾਂਦਿਆਂ ਸਾਨੂੰ ਉੱਥੋਂ ਨਿਕਲਦਿਆਂ 5:30 ਹੋ ਗਏ। ਤੇ ਜਦੋਂ ਮੈਂ ਰੋਡ ਤੇ ਆ ਕੇ ਫਿਰ ਤੋਂ ਆਪਣੇ ਬੈਗ ਦੇ ਵਿੱਚੋਂ ਫੋਨ ਕੱਢਿਆ ਤੇ ਮੈਂ ਟਾਈਮ ਦੇਖਣ ਲੱਗੀ ਤਾਂ ਉਹ ਟਾਈਮ 5:22 ਹੋਏ ਸੀ। ਔਰ ਮੈਂ ਸ਼ੌਕਡ ਹੋ ਗਈ, ਮੈਂ ਕਿਹਾ ਓ ਗॉड ਇੰਨਾ ਟਾਈਮ ਹੋ ਗਿਆ, 5 ਵਜੇ ਪ੍ਰੇਅਰ ਪਾਉਣੀ ਸੀ, ਅੱਜ ਤਾਂ ਮੈਂ ਬਹੁਤ ਜ਼ਿਆਦਾ ਲੇਟ ਹੋ ਗਈ ਹਾਂ। ਜਦ ਮੈਂ ਫੋਨ ਬੈਗ ਦੇ ਵਿੱਚੋਂ ਕੱਢਿਆ ਔਰ ਫਲਾਈਟ ਮੋਡ ਉਹਦਾ ਲਾਇਆ, 1-2 ਸੈਕਿੰਡ 1-2 ਮਿੰਟ ਤੱਕ ਫੋਨ ਮੇਰਾ ਹੈਂਗ ਹੋ ਗਿਆ, ਕਿਉਂਕਿ ਬਹੁਤ ਜ਼ਿਆਦਾ ਫੋਨ ਆਏ ਹੋਏ ਸੀਗੇ। ਤਾਂ ਜਦੋਂ ਮੈਂ ਫਿਰ YouTube ਖੋਲ੍ਹਿਆ ਤਾਂ ਮੈਂ ਹੈਰਾਨ ਸੀ, ਕਿਉਂਕਿ YouTube ਦੇ ਉੱਤੇ ਉਹ ਵੀਡੀਓ ਸ਼ੋ ਹੋ ਰਹੀ ਸੀ ਕਿ ਉਸ ਵੀਡੀਓ ਪਾਈ ਹੋਈ ਨੂੰ 1 ਘੰਟਾ ਹੋ ਚੁੱਕਾ ਆ ਔਰ 128 ਪਰਸਨ ਨੇ ਦੇਖ ਵੀ ਲਿਆ ਆ। ਮੈਂ ਇੰਨਾ ਜ਼ਿਆਦਾ ਹੈਰਾਨ ਸੀ ਕਿ ਅਗਰ ਮੈਂ ਸਿਰਫ ਨੈੱਟ ਬੰਦ ਕੀਤਾ ਹੁੰਦਾ ਨਾ ਤਾਂ ਆਪਾਂ ਇਹ ਵੀ ਕਹਿ ਦਿੰਦੇ ਕਿ ਹੋ ਸਕਦਾ ਮੈਂ ਫ਼ੋਨ 'ਤੇ ਟਾਈਮ ਦੇਖਦੇ ਜਾਂ ਕੁਝ ਕਰਦੇ ਹਾਂ, ਮੇਰੇ ਤੋਂ ਨੈੱਟ ਔਨ ਹੋ ਗਿਆ ਹੋਵੇ ਅਤੇ ਵੀਡੀਓ ਪੋਸਟ ਹੋ ਗਈ ਹੋਵੇ। ਪਰ ਮੇਰਾ ਫ਼ੋਨ ਫਲਾਈਟ ਮੋਡ 'ਤੇ ਸੀ। ਮੈਂ ਫਲਾਈਟ ਮੋਡ 'ਤੇ ਰੱਖਿਆ, ਕਿ ਫਲਾਈਟ ਮੋਡ ਦਾ ਮਤਲਬ ਹੁੰਦਾ ਕਿ ਸਿਮ ਵੀ ਬੰਦ ਕੀਤੇ ਹੋਏ ਸੀ ਮੇਰੇ। ਅਤੇ ਜਦੋਂ ਮੈਂ ਫੋਨ ਬੈਗ 'ਚੋਂ ਕੱਢਿਆ ਉਦੋਂ ਵੀ ਫੋਨ ਫਲਾਈਟ ਮੋਡ 'ਤੇ ਲੱਗਿਆ ਹੋਇਆ ਸੀ। ਕਿੰਨੀ ਹੈਰਾਨੀ ਦੀ ਗੱਲ ਆ ਕਿ ਸਿਮ ਬੰਦ ਦੇ ਵਿੱਚ ਵੀ ਉਹ ਪ੍ਰਾਰਥਨਾ YouTube ਦੇ ਉੱਤੇ ਪੈ ਗਈ ਔਰ 128 ਬੰਦਿਆਂ ਨੇ ਉਹਨੂੰ ਵੇਖ ਵੀ ਲਿਆ ਸੀ ਔਰ ਉਸ ਵੀਡੀਓ ਪਾਈ ਹੋਈ ਨੂੰ 1 ਘੰਟਾ ਹੋ ਚੁੱਕਾ ਸੀ। ਤਾਂ ਸੱਚਮੁੱਚ ਉਸ ਦਿਨ ਮੈਂ ਹੈਰਾਨ ਵੀ ਹੋਈ ਅਤੇ ਬਹੁਤ ਖੁਸ਼ ਵੀ ਹੋਈ ਕਿ ਖੁਦਾ ਸੱਚਮੁੱਚ ਤੂੰ ਜੋ ਵਾਅਦੇ ਕੀਤੇ ਉਹ ਤੂੰ ਮੇਰੇ ਨਾਲ ਪੂਰੇ ਕਰਦਾ ਆ। ਪਰਮੇਸ਼ਰ ਕਹਿੰਦਾ ਤੂੰ ਮੇਰੇ ਰਾਹਾਂ ਦੇ ਵਿੱਚ ਨਿਕਲ, ਮੇਰੇ ਕੰਮਾਂ ਨੂੰ ਹੱਥ ਪਾ, ਤੇਰੇ ਕੰਮ ਤਾਂ ਹੋਏ ਪਏ ਆ। ਸੱਚਮੁੱਚ ਪਰਮੇਸ਼ਰ ਨੇ ਮੇਰੀ ਜ਼ਿੰਦਗੀ 'ਚ ਬਹੁਤ ਵੱਡੇ ਅਤੇ ਅਨੋਖੇ ਕੰਮ ਕੀਤੇ ਆ। ਬਹੁਤ ਸਾਰੇ ਕੰਮ ਆ ਜੋ ਮੇਰੇ ਬਿਨਾਂ ਮੰਗੇ ਅਤੇ ਮੇਰੇ ਬਿਨਾਂ ਕਹੇ ਕੀਤੇ ਆ, ਅਤੇ ਬਹੁਤ ਛੋਟੀਆਂ ਛੋਟੀਆਂ ਅਤੇ ਬੜੀਆਂ ਛੋਟੀਆਂ ਗਵਾਹੀਆਂ ਆ
जो मेरे कहे तो परमेश्वर ने कीतियां। अगर कोई सुने तो सचमुच हसेगा ही हो, क्योंकि कई बार मैं परमेश्वर ਨੂੰ कह दिनी प्रभु मैं आ काम नहीं करना, अज मेरा दिल नहीं कर रहा, काश मैनू ये काम करना ना पवे, तो उस दिन मेरे मम्मी आप ही कर देंगे वो काम। या फिर कई बार मैं कहनी परमेश्वर मैनू नींद बहुत आ रही आ, प्लीज़ मैनू 2 घंटे की रेस्ट चाहिए, कोई मैनू इस समय दे विच फोन ना करे। तो सचमुच इदा ही होंदा कि उस समय मैनू कोई फोन नहीं आता। और एक दिन मैं प्रार्थना कर रही सी तो मैं कह रही सी कि परमेश्वर अज मैनू कुछ भी समझ नहीं आ रहा, मैं प्रार्थना किद्दां करा, मैनू शब्द नहीं कुछ मिल रहे। तो मैं खुद हैरान सी कि उस दिन मैं उस दिन की प्रार्थना 40 मिनट की बनाई, अते बहुत सारियां इदां छोटियां छोटियां गवाहियां आ जो परमेश्वर ने मेरे निक्के जे कहण ते, बस एक बार कहण ते ही उन्हें मेरे नालों काम कीते आ। ते मैनू तां मैं सच कहनी कि बहुत ज़्यादा ही यकीन आ कि परमेश्वर मेरी हर वेले ही सुनदा आ, सिर्फ वड्डियां नहीं छोटियां भी सुनदा आ, सिर्फ मेरियां सीरियस वालियां नहीं पर मस्ती मजाक वालियां गल्लां भी सुनदा आ, मेरे आलसपन नूं भी कई बार वो पूरा कर दिंदा कि चल कोई नहीं, इनू भी रेस्ट की लोड़ आ। तो इस तरह ही विश्वास बनाओ परमेश्वर ते, परमेश्वर सचमुच साडे लई बहुत अते वड्डे अते अद्भुत काम करन दी सामर्थ रखदा आ। हालेलुया। तो अज आपां परमेश्वर के वचन चों जाणांगे कि न्याय का दिन किद्दां दा होएगा। असीं सारे कहंदे आ कि न्याय का दिन होएगा, असीं परमेश्वर के सिंघासन के अगे खड़े होवांगे। तो किस तरह होएगा न्याय अते किहड़े कम्मां दा न्याय होएगा, तो वो जानन लई अज वचन चों असीं पढ़ांगे। मत्ती 25 ਉਹਦੀ 31 ਤੋਂ ਲੈ ਕੇ 33 नंबर आई तक। जद मनुख दा पुत्र अपनी महिमा नाल सारे दूतां नाल आवेगा, तद वो अपने तेज दे सिंघासन उत्ते बैठेगा अते सब कौमां ਉਹਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ। ਅਤੇ ਜਿਸ ਤਰ੍ਹਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਅਲੱਗ ਕਰਦਾ ਹੈ, ਉਸੇ ਤਰ੍ਹਾਂ ਉਹ ਉਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰੇਗਾ ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜਾ ਕਰੇਗਾ। ਹਾਲੇਲੂਇਆ। प्रभु का वचन सानू की दसदा, कहंदा जद मनुख का पुत्र अपनी महिमा नाल सारे दूतां नाल आवेगा। मनुख का पुत्र कौन है? असीं जानते हैं यीशु मसीह ने वार वार अपने आप नूं की कहा कि मनुख का पुत्र सबद दे दिन दा मालिक आ, मनुख दे पुत्र नूं पाप माफ करन दा अधिकार आ। यीशु मसीह ने अपने आप नूं की कहा सी मनुख का पुत्र। अते जद न्याय का दिन होएगा तां मनुख का पुत्र अपनी महिमा दे नाल अपने सारे दूतां दे नाल आवेगा। इस गल तो सानू ये भी पता लगता, जिद्दां असीं कह दिंदे कि आत्मा एक आ अते वरदान बहुत सारे ने, उस तरह सानू ये पता लगे कि दूत एक नहीं आ, दूत भी बहुत सारे आ। अते की कह रहा, मनुख दा पुत्र अपने दूतां दे नाल आवेगा ते किद्दां? अपने तेज दे सिंघासन उत्ते बैठा होवेगा। सच्ची रोशनी वाले ते सच्चे न्याय दे सिंघासन दे उत्ते बैठ के वो सब कौमां उहदे अगे इकट्ठियां कीतियां जाणगियां। आ नहीं कहा गया कि सिर्फ धर्मी लोग, आ नहीं कहा गया कि पापी लोग, आ नहीं कहा गया कि सिर्फ चुने हुए या फिर सदे हुए, पर कौन? सारियां कौमां, धरती ते उत्ते आया होया हर एक बंदा, हर एक भैन, हर एक भाई, हर एक बच्चा, हर एक बजुर्ग, हर एक जान, हर कौम दे विचों, चाहे वो यहूदी सी, फरीसी सी, कनानी सी, चाहे वो जो भी धर्म अजकल दे चल रहे ने, बुद्ध धर्म आ, जैन धर्म आ, सिख धर्म आ, ईसाई धर्म आ, मुस्लिम धर्म आ, ते अनेका ही धर्म जिन्हां दे अजे असीं नाम भी नहीं जानते होवांगे अद्धियां दे। तां हर एक धर्म दा परसन उस कौम दा, जिहड़ियां कौमां धरती ते आईयां ने, हर एक साह, हर एक शरीर उस सिंघासन दे अगे इकट्ठा किया जाएगा। कहंदा जिवें अयाली बकरियां ते भेडां नूं अलग अलग करदा, उस तरह यीशु भी अपनियां भेडां नूं सज्जे करेगा अते बकरियां नूं खब्बे करेगा। भेडां यीशु दियां ते बकरियां कौन ने? गैर कौमां दे लोग। गैर कौमां दे लोग भी असीं ये नहीं कह सकदे भी गैर कौमां दे लोग वो, जिवें कि असीं भी तां गैर कौम चों आए सी, पर जदों असीं मसीह दे विच आ गए, साडी कौम मसीह आ, असीं इजराइली हो गए हैं। जिहड़े परमेश्वर दे विश्वासी सी वो भेडां ने अते जिहड़े अविश्वासी सी वो बकरियां ने। हुण जिहड़ियां भेडां ने वो सज्जे पासे होणगियां अते बकरियां खब्बे पासे होणगियां। असीं सारे सज्जे होवांगे ते जिहड़े अविश्वासी वो खब्बे होणगे। तां उस तो बाद की कीता जावेगा वो जानन लई वचन चों पढ़ांगे। मत्ती 25 ਉਹਦੀ 34 ਤੋਂ ਲੈ ਕੇ 36 नंबर आई तक। तद राजा उन्होंने जेड़े ओदे सज्जे पासे होन आखेगा, हे मेरे पिता दे मुबारक लोको आओ, जेड़ा राज जगत दे मुढ़ों तुहाडे लई तैयार किया होया है, ओदे वारिस होवो।
ਕਿਉਂ ਜੋ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਨੂੰ ਦਿੱਤਾ, ਮੈਂ ਧਿਆਇਆ ਸੀ ਅਤੇ ਤੁਸੀਂ ਮੈਨੂੰ ਪੀਣ ਨੂੰ ਦਿੱਤਾ, ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਆਪਣੇ ਘਰ ਉਤਾਰਿਆ, ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ, ਮੈਂ ਰੋਗੀ ਸੀ ਅਤੇ ਤੁਸੀਂ ਮੇਰੀ ਖਬਰ ਲਈ, ਮੈਂ ਕੈਦ ਵਿੱਚ ਸੀ ਅਤੇ ਤੁਸੀਂ ਮੇਰੇ ਕੋਲ ਆਏ। ਹਾਲੇਲੂਇਆ। ਤਾਂ ਵਚਨ ਸਾਨੂੰ ਕੀ ਦੱਸਦਾ, ਜਦੋਂ ਉਹ ਬੱਕਰੀਆਂ ਤੇ ਭੇਡਾਂ ਨੂੰ ਅਲੱਗ ਕਰ ਲਵੇਗਾ ਤਾਂ ਉਹ ਆਪਣੀਆਂ ਭੇਡਾਂ ਨੂੰ ਕਹੇਗਾ, ਉਹ ਧਰਮੀਆਂ ਨੂੰ ਕੀ ਕਹੇਗਾ ਕਿ ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ। ਅਸੀਂ ਜਾਣਦੇ ਵਿਵਸਥਾ 28 ਦੇ ਵਿੱਚ ਲਿਖਿਆ ਕਿ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ, ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਦੇ ਵਿੱਚ, ਮੁਬਾਰਕ ਹੋਏਗੇ ਅੰਦਰ, ਮੁਬਾਰਕ ਹੋਏਗੇ ਬਾਹਰ ਤੁਸੀਂ। ਮੁਬਾਰਕ ਮਤਲਬ ਬਲੈਸਡ, ਆਸ਼ੀਸ਼ਿਤ, ਬਰਕਤ ਵਾਲੇ। ਤਾਂ ਕਹਿੰਦਾ ਹੇ ਮੇਰੇ ਪਰਮੇਸ਼ਰ ਦੇ ਬਰਕਤ ਵਾਲੇ ਲੋਕੋ, ਆਓ ਜਿਹੜਾ ਰਾਜ ਮੈਂ ਜਗਤ ਦੇ ਮੁੱਢੋਂ ਹੀ ਤੁਹਾਡੇ ਲਈ ਤਿਆਰ ਕੀਤਾ ਆ, ਉਹਦੇ ਵਾਰਿਸ ਬਣੋ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਜਿਹੜੇ ਮੇਰੇ ਨੇ, ਜਿਹੜੇ ਮੇਰੇ ਵਿੱਚ ਰਹਿੰਦੇ ਨੇ, ਉਹਨਾਂ ਦੇ ਲਈ ਮੈਂ ਸੰਸਾਰ ਦੇ ਮੁੱਢ ਤੋਂ ਹੀ ਇੱਕ ਰਾਜ ਬਣਾਇਆ ਸੀ, ਪਰ ਉਹਨਾਂ ਨੇ ਆਨਾਗਿਆਕਾਰੀ ਕੀਤੀ ਅਤੇ ਨੀਚੇ ਪਾਪ ਦੇ ਵਿੱਚ ਪੈ ਗਏ ਅਤੇ ਉਸ ਪਾਪ ਦੇ ਵਿੱਚੋਂ ਫਤਿਹਮੰਦ ਹੋ ਕੇ ਜਿਹੜੇ ਫਿਰ ਤੋਂ ਨਿਖਰ ਕੇ ਬਾਹਰ ਆਏ ਨੇ, ਉਹ ਫਿਰ ਤੋਂ ਉਸ ਰਾਜ ਦੇ ਅਧਿਕਾਰੀ ਹੋਣਗੇ। ਤੇ ਜਿਹੜੇ ਸੱਜੇ ਪਾਸੇ ਹੋਣਗੇ ਉਹਨਾਂ ਨੂੰ ਕਹੇਗਾ ਕਿ ਤੁਸੀਂ ਆਓ ਅਤੇ ਵਾਰਿਸ ਹੋਵੋ। ਅਤੇ ਉਹ ਸੱਜੇ ਪਾਸੇ ਜਿਹੜੇ ਹੋਣਗੇ ਉਹਨਾਂ ਨੇ ਕਿਹੜੇ ਕੰਮ ਕੀਤੇ ਸੀ ਜਿਹਦੇ ਕਰਕੇ ਉਹ ਸੱਜੇ ਪਾਸੇ ਹੋਏ। ਤਾਂ ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਬੱਕਰੀਆਂ ਨਾ ਹੋਈਏ ਪਰ ਭੇਡਾਂ ਹੋਈਏ, ਅਤੇ ਅਸੀਂ ਸੱਜੇ ਪਾਸੇ ਹੋਈਏ ਪਰ ਖੱਬੇ ਪਾਸੇ ਨਾ ਹੋਈਏ, ਅਤੇ ਅਸੀਂ ਉਸ ਰਾਜ ਦੇ ਜਿਹੜਾ ਮੁੱਢ ਤੋਂ ਤਿਆਰ ਕੀਤਾ ਹੋਇਆ ਵਾਰਿਸ ਹੋਈਏ, ਤਾਂ ਉਹਦੇ ਲਈ ਕੀ ਕਰਾਂਗੇ? ਅਸੀਂ ਕਿਹੜੇ ਕੰਮ ਨੇ ਜਿਹੜੇ ਅਸੀਂ ਕਰਾਂਗੇ ਤੇ ਫਿਰ ਹੀ ਅਸੀਂ ਉੱਥੇ ਪਹੁੰਚਾਂਗੇ ਸੱਜੇ ਪਾਸੇ ਤੋਂ? ਕਿਹੜੇ ਕੰਮ ਨੇ? ਕਹਿੰਦਾ ਭੁੱਖੇ ਨੂੰ ਖਾਣਾ ਖਵਾਇਆ, ਧਿਆਏ ਨੂੰ ਪਾਣੀ ਦੇਣਾ, ਪਰਦੇਸੀ ਨੂੰ ਘਰ ਉਤਾਰਨਾ, ਨੰਗੇ ਨੂੰ ਵਸਤਰ ਦੇਣੇ, ਅਤੇ ਕਹਿੰਦਾ ਇਹਨੂੰ ਰੋਗੀ ਨੂੰ ਕੀ ਕਰਨਾ? ਉਹਦੀ ਖਬਰ ਲੈਣੀ, ਅਤੇ ਕੈਦੀ ਨੂੰ ਕੈਦ ਵਿੱਚੋਂ ਕੱਢਣਾ। ਤੇ ਕਹਿੰਦਾ ਉਹ ਸਾਰੇ ਲੋਕ ਕਿਹੜੇ ਹੋਣਗੇ? ਸੱਜੇ ਪਾਸੇ ਖੜੇ ਹੋਏ ਲੋਕ। ਤਾਂ ਇਹ ਕਹਿ ਰਿਹਾ ਕਿ ਤੁਸੀਂ ਮੈਨੂੰ ਕੱਢਿਆ। ਯੀਸ਼ੂ ਮਸੀਹ ਕਦੋਂ ਕੈਦ ਵਿੱਚ ਸੀ? ਜਦੋਂ ਅਸੀਂ ਉਹਨੂੰ ਕੱਢਤਾ। ਤਾਂ ਇਹ ਸਾਰੇ ਕੰਮ ਸਾਨੂੰ ਕਰਨੇ ਪੈਣਗੇ ਜੇ ਅਸੀਂ ਸੱਜੇ ਪਾਸੇ ਖੜਾ ਹੋਣਾ ਚਾਹੁੰਦੇ ਹਾਂ। ਤਾਂ ਨੈਕਸਟ ਵਚਨ 'ਚੋਂ ਦੇਖਾਂਗੇ ਮਤੀ 25 ਉਹਦੀ 37 ਔਰ 38 ਨੰਬਰ ਆਇਤ ਨੂੰ। ਤਦ ਧਰਮੀ ਲੋਕ ਉਹਨੂੰ ਇਹ ਉੱਤਰ ਦੇਣਗੇ, ਪ੍ਰਭੂ ਜੀ ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਤੇ ਤੈਨੂੰ ਖਵਾਇਆ, ਜਾਂ ਧਿਆਇਆ ਵੇਖਿਆ ਤੇ ਤੈਨੂੰ ਪਿਲਾਇਆ? ਅਸੀਂ ਕਦੋਂ ਤੈਨੂੰ ਪਰਦੇਸੀ ਵੇਖਿਆ ਤੇ ਘਰ ਉਤਾਰਿਆ? ਅਸੀਂ ਕਦੋਂ ਤੈਨੂੰ ਨੰਗਿਆ ਵੇਖਿਆ ਤੇ ਤੈਨੂੰ ਕੱਪੜੇ ਪਹਿਨਾਏ? ਹਾਲੇਲੂਇਆ। ਹਾਂ, ਸਾਡੇ ਲਈ ਵੀ ਇਹ ਸਵਾਲ ਆ ਨਾ। ਅਸੀਂ ਵੀ ਸੋਚਦੇ ਹਾਂ ਕਿ ਯੀਸ਼ੂ ਤਾਂ ਸਵਰਗ ਵਿੱਚ ਆ, ਚਲੋ ਜਿਹੜੇ ਲੋਕ ਪਹਿਲਾਂ ਸੀ ਉਹਦੇ ਵੇਲੇ ਹੈਗੇ ਸੀ, ਉਹਨਾਂ ਨੇ ਤਾਂ ਇਹ ਕੰਮ ਕਰ ਲਿਆ ਹੋਏਗਾ, ਤਾਂ ਫਿਰ ਅਸੀਂ ਕਿੱਦਾਂ ਕਰੀਏ? ਜਾਂ ਫਿਰ ਇਹ ਕਿਵੇਂ ਹੋ ਗਿਆ? ਧਰਮੀ ਕਿਵੇਂ ਕਰੇਗਾ ਇਹ ਕੰਮ ਕਿ ਯੀਸ਼ੂ ਨੂੰ ਘਰੇ ਉਤਾਰੇ, ਯੀਸ਼ੂ ਨੂੰ ਪਾਣੀ ਪਿਲਾਵੇ, ਯੀਸ਼ੂ ਨੂੰ ਕੱਪੜੇ ਦੇਵੇ, ਯੀਸ਼ੂ ਨੂੰ ਉਹਨੂੰ ਭੁੱਖੇ ਨੂੰ ਖਾਣਾ ਦੇਵੇ, ਯੀਸ਼ੂ ਦੇ ਲਈ ਸਾਰੀਆਂ ਫੈਸਿਲਿਟੀਆਂ ਕਰੇ? ਕਿੱਦਾਂ ਕਰੇਗਾ ਇੱਕ ਧਰਮੀ ਜਨ? ਅਤੇ ਉਹ ਵੀ ਪੁੱਛ ਰਿਹਾ ਵੀ ਅਸੀਂ ਇਹ ਸਭ ਕਦੋਂ ਕਰ ਦਿੱਤਾ? ਤਾਂ ਉਹ ਜਾਣਨ ਦੇ ਲਈ ਅਸੀਂ ਨੈਕਸਟ ਵਚਨ 'ਚੋਂ ਪੜਾਂਗੇ ਮਤੀ 25 ਉਹਦੀ 40 ਔਰ 41 ਨੰਬਰ ਆਇਤ ਨੂੰ। ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਤੁਸੀਂ ਮੇਰੇ ਇਹਨਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। ਤਦ ਜਿਹੜੇ ਖੱਬੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ, ਹੇ ਸਰਾਪੇ ਹੋਇਓ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚਲੇ ਜਾਓ, ਤੁਸੀਂ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰੀ ਕੀਤੀ ਹੋਈ ਹੈ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ? ਇੱਕ ਧਰਮੀ ਪੁੱਛੇਗਾ ਕਿ ਪ੍ਰਭੂ ਕਿਵੇਂ ਕਰੀਏ ਅਸੀਂ ਇਹ ਕੰਮ? ਤੇ ਜਿਨ੍ਹਾਂ ਨੂੰ ਉਹਨੇ ਸੱਜੇ ਪਾਸੇ ਠੱਲਿਆ ਉਹ ਪੁੱਛਦੇ ਅਸੀਂ ਕਦੋਂ ਕੀਤਾ ਇਹ ਕੰਮ? ਤਾਂ ਕਦੋਂ ਕਰਨਾ? ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਮੇਰੇ ਇਹਨਾਂ ਸਭਨਾਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਵੀ ਇਹ ਕੰਮ ਕਰੋ। ਹੁਣ ਸਭਨਾਂ ਛੋਟੇ ਭਰਾਵਾਂ ਦਾ ਮਤਲਬ ਕੀ ਆ? ਸਭਨਾਂ ਛੋਟੇ ਭਰਾਵਾਂ ਦਾ ਮਤਲਬ ਹਰ ਇੱਕ ਜ਼ਰੂਰਤਮੰਦ। ਪ੍ਰਭੂ ਨੇ ਜਦੋਂ ਇਸ ਸੰਸਾਰ ਵਿੱਚ ਸੀ ਤਾਂ ਕੀ ਕਹਿ ਰਹੇ ਸੀ ਕਿ ਅਸੀਂ ਸਾਰੇ ਭੈਣ ਭਰਾ ਆ। ਮਸੀਹ ਦੇ ਵਿੱਚ ਅਸੀਂ ਸਾਰੇ ਕੀ ਆ? ਭੈਣ ਭਰਾ ਆ। ਤਾਂ ਯੀਸ਼ੂ ਨੇ ਸੰਸਾਰ ਵਿੱਚ ਰਹਿੰਦੇ ਹੋਏ ਸਾਡੇ ਨਾਲ ਭੈਣਾਂ ਭਰਾਵਾਂ ਵਾਲਾ ਪਿਆਰ ਰੱਖਿਆ, ਅਤੇ ਜਦੋਂ ਮੁਰਦਿਆਂ ਵਿੱਚੋਂ ਜੀ ਉੱਠੇ ਤਾਂ ਉਹ ਸਾਡਾ ਸਵਰਗੀ ਪਿਤਾ ਹੋ ਗਿਆ। ਤਾਂ ਉਸੇ ਤਰ੍ਹਾਂ ਜਦੋਂ ਇਸ ਸੰਸਾਰ ਦੇ ਵਿੱਚ ਸਾਡੇ ਕੋਲੇ ਕੋਈ ਜ਼ਰੂਰਤਮੰਦ ਆ ਕੇ ਖੜਾ ਹੁੰਦਾ, ਉਹਨੂੰ ਖਾਣਾ ਚਾਹੀਦਾ, ਤੇ ਅਸੀਂ ਪੈਸੇ ਲੁਕੋ ਕੇ ਘੁੱਟ ਲੈਂਦੇ ਹਾਂ ਕਿ ਨਹੀਂ, ਆਹ ਪੈਸੇ ਤਾਂ ਮੈਂ ਗੋਲ ਗੱਪੇ ਖਾਣ ਦੇ ਲਈ ਰੱਖੇ ਸੀ, ਮੈਂ ਇਹਨੂੰ ਕਾਹਤੋਂ ਦੇਵਾਂ?
ਹੋ ਸਕਦਾ ਸਾਡੇ ਸ਼ੌਕ ਨਾਲੋਂ ਉਹਦੀ ਜ਼ਰੂਰਤ ਵੱਡੀ ਹੋਵੇ, ਹੋ ਸਕਦਾ ਨਹੀਂ ਹੈਗਾ ਹੀ ਆ, ਕਿਉਂਕਿ ਅਸੀਂ ਆਪਣੇ ਸ਼ੌਕ ਪੂਰੇ ਨਾ ਕਰਾਂਗੇ ਤਾਂ ਸਰ ਜੇਗਾ, ਪਰ ਅਗਰ ਕਿਸੇ ਦੀ ਜ਼ਰੂਰਤ ਪੂਰੀ ਨਾ ਹੋਈ ਨਾ, ਉਹ ਨਹੀਂ ਸਰੇਗਾ, ਉਹਦਾ ਨਹੀਂ ਸਰੇਗਾ, ਕਿਉਂਕਿ ਉਹਨੂੰ ਜ਼ਰੂਰਤ ਆ। ਸਾਡਾ ਸ਼ੌਕ ਰਹਿ ਵੀ ਜਾਵੇ ਤਾਂ ਕੋਈ ਗੱਲ ਨਹੀਂ, ਪਰ ਕਿਸੇ ਦੀ ਜ਼ਰੂਰਤ ਨਹੀਂ ਰਹਿਣੀ ਚਾਹੀਦੀ। ਹਰ ਇੱਕ ਜ਼ਰੂਰਤਮੰਦ ਲਈ ਸਾਨੂੰ ਖੜੇ ਰਹਿਣਾ ਚਾਹੀਦਾ ਆ, ਹਰ ਇੱਕ ਜ਼ਰੂਰਤਮੰਦ ਦੀ ਮਦਦ ਸਾਨੂੰ ਕਰਨੀ ਚਾਹੀਦੀ ਆ। ਅਗਰ ਅਸੀਂ ਕਿਸੇ ਭੁੱਖੇ ਨੂੰ ਖਾਣਾ ਖਿਲਾਇਆ ਤਾਂ ਯੀਸ਼ੂ ਕਹੇਗਾ ਕਿ ਤੁਸੀਂ ਮੈਨੂੰ ਖਿਲਾਇਆ। ਔਰ ਇੱਦਾਂ ਕਿਉਂ ਹੋਏਗਾ? ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਮੰਦਰ ਆ। ਹਾਲੇਲੂਇਆ। ਔਰ ਪਵਿੱਤਰ ਆਤਮਾ ਕੌਣ ਆ? ਯੀਸ਼ੂ ਮਸੀਹ। ਜਦੋਂ ਯੀਸ਼ੂ ਸਰੀਰ ਦੇ ਵਿੱਚ ਸੀ, ਸਾਡੇ ਵਿੱਚ ਰਹਿੰਦੇ ਸੀ, ਅਤੇ ਹੁਣ ਯੀਸ਼ੂ ਸਵਰਗ ਦੇ ਵਿੱਚ ਆ ਤੇ ਪਵਿੱਤਰ ਆਤਮਾ ਬਣੇ ਹੋਏ ਨੇ। ਜਦੋਂ ਪਵਿੱਤਰ ਆਤਮਾ ਉਤਰਦਾ, ਉਹ ਕਿਸੇ ਹੋਰ ਦਾ ਨਹੀਂ, ਯੀਸ਼ੂ ਦਾ ਆਤਮਾ ਆ। ਕਿਉਂਕਿ ਕੁਰਿੰਥੀਆਂ ਦੇ ਵਿੱਚ ਲਿਖਿਆ ਹੋਇਆ ਕਿ ਆਤਮਾ ਇੱਕੋ ਆ ਪਰ ਦਾਤਾਂ ਅਨੇਕ ਪ੍ਰਕਾਰ ਦੀਆਂ ਆ। ਉਸ ਆਤਮਾ ਕੋਲੇ ਵਰਦਾਨ ਅਨੇਕ ਪ੍ਰਕਾਰ ਦੇ ਆ, ਪਰ ਆਤਮਾ ਸਿਰਫ ਇੱਕੋ ਆ। ਅਤੇ ਜਿਹੜਾ ਆਤਮਾ ਇਸ ਧਰਤੀ ਤੇ ਉਤਰਦਾ, ਸਾਨੂੰ ਛੋਹੰਦਾ, ਸਾਨੂੰ ਚੰਗਿਆ ਕਰਦਾ, ਸਾਨੂੰ ਆਜ਼ਾਦ ਕਰਦਾ, ਉਹ ਯੀਸ਼ੂ ਦਾ ਆਤਮਾ ਆ। ਇਸ ਲਈ ਅਸੀਂ ਇਸ ਗੱਲ ਨੂੰ ਕਿਉਂ, ਬਹੁਤ ਸਾਰੇ ਭੈਣ ਭਾਈ ਆ ਇਸ ਗੱਲ ਦੇ ਉੱਤੇ ਨਿਰਾਸ਼ ਵੀ ਹੁੰਦੇ ਆ ਤੇ ਤਰਸਦੇ ਵੀ ਰਹਿੰਦੇ, ਪ੍ਰਭੂ ਤੈਨੂੰ ਅਸੀਂ ਕਦੋਂ ਵੇਖਾਂਗੇ? ਪਰਮੇਸ਼ਰ ਅਸੀਂ ਤੈਨੂੰ ਵੇਖਣਾ ਆ, ਪ੍ਰਭੂ ਅਸੀਂ ਤੈਨੂੰ ਮਹਿਸੂਸ ਕਰਨਾ ਆ। ਪਰਮੇਸ਼ਰ ਇੱਦਾਂ ਨਹੀਂ ਆਏਗਾ ਸਾਡੇ ਸਾਹਮਣੇ, ਅਸੀਂ ਉਹਨੂੰ ਖੁੱਲੀਆਂ ਅੱਖਾਂ ਨਾਲ ਨਹੀਂ ਵੇਖਾਂਗੇ, ਅਸੀਂ ਉਹਦੇ ਟੱਚ ਦੇ ਦੁਆਰਾ ਉਹਨੂੰ ਮਹਿਸੂਸ ਕਰੀਏ ਕਿ ਹਾਂ ਉਹਨੇ ਸਾਨੂੰ ਛੂਹਿਆ, ਉਹ ਸਾਡੇ ਵਿੱਚ ਆ। ਹਾਂ ਅਸੀਂ ਚੰਗੇ ਹੋ ਗਏ, ਅਸੀਂ ਉਹਨੂੰ ਪੁਕਾਰਿਆ, ਉਹਨੇ ਸਾਨੂੰ ਛੂਹਿਆ, ਸੱਚਮੁੱਚ ਅਸੀਂ ਉਹਨੂੰ ਵੇਖ ਲਿਆ ਆਪਣੇ ਕੰਮ ਦੇ ਦੁਆਰਾ। ਇਸ ਕਰਕੇ ਯੀਸ਼ੂ ਦਾ ਆਤਮਾ ਜਦੋਂ ਸਾਡੇ 'ਚ ਆਏਗਾ ਤਾਂ ਸਾਨੂੰ ਇਹ ਨਹੀਂ ਅਹਿਸਾਸ ਹੋਏਗਾ ਕਿ ਉਹ ਸੱਚਮੁੱਚ ਕਰੂਸ ਵਾਲਾ ਰੂਪ ਲੈ ਕੇ ਆਏਗਾ ਜਾਂ ਸੰਸਾਰਿਕ ਰੂਪ ਲੈ ਕੇ ਆਏਗਾ। ਉਹ ਇੱਕ ਹਵਾ ਦੀ ਤਰ੍ਹਾਂ ਸਾਨੂੰ ਛੂਹੇਗਾ, ਅਤੇ ਉਹ ਆਤਮਾ ਅਗਰ ਸਾਨੂੰ ਨਾ ਵੀ ਛੂਹੇ, ਇਨਵਿਜ਼ੀਬਲੀ ਉਹ ਸਾਡੇ ਸਾਹਮਣੇ ਖੜਾ ਹੋ ਸਕਦਾ। ਉਹ ਕਿਸ ਤਰ੍ਹਾਂ? ਕਿਸੇ ਭੀਖ ਮੰਗਣ ਵਾਲੇ ਦੇ ਦੁਆਰਾ, ਕਿਸੇ ਰਾਹੀ ਦੇ ਦੁਆਰਾ, ਕਿਸੇ ਜ਼ਰੂਰਤਮੰਦ ਦੇ ਦੁਆਰਾ ਉਹ ਸਾਨੂੰ ਪਰਖ ਸਕਦਾ। ਕਿਉਂਕਿ ਵਚਨ ਮੈਨੂੰ ਮਿਲਿਆ ਨਹੀਂ, ਮੈਂ ਬਹੁਤ ਕੋਸ਼ਿਸ਼ ਕੀਤੀ ਉਹ ਵਚਨ ਲੱਭਣ ਦੀ ਕਿ ਕਿੱਥੇ ਆ ਉਹ ਵਚਨ। ਇੱਕ ਵਚਨ ਦੇ ਵਿੱਚ ਇਹ ਗੱਲ ਲਿਖੀ, ਮੈਨੂੰ ਵਚਨ ਯਾਦ ਆ ਪਰ ਇਹ ਨਹੀਂ ਪਤਾ ਉਹ ਕਿੱਥੇ ਲਿਖਿਆ। ਉਹ ਵਚਨ 'ਚ ਲਿਖਿਆ ਕਿ ਬਹੁਤ ਸਾਰਿਆਂ ਨੇ ਅਣਪਛਾਤੇ ਦੂਤਾਂ ਨੂੰ ਆਪਣੇ ਘਰ ਉਤਾਰਿਆ। ਅਗਰ ਕਿਸੇ ਨੂੰ ਮਿਲੇ ਤਾਂ ਮੈਨੂੰ ਜ਼ਰੂਰ ਦੱਸਣਾ। ਇਹ ਵਚਨ ਮੈਨੂੰ ਯਾਦ ਹੈ ਪਰ ਕਿੱਥੇ ਲਿਖਿਆ ਨਹੀਂ ਯਾਦ। ਕਹਿ ਰਿਹਾ ਕਿ ਬਹੁਤਿਆਂ ਨੇ ਅਣਪਛਾਤੇ ਦੂਤਾਂ ਨੂੰ ਆਪਣੇ ਘਰ ਉਤਾਰਿਆ, ਮਤਲਬ ਪਰਮੇਸ਼ਰ ਦੇ ਦੂਤ ਕਿਸੇ ਦਾ ਰੂਪ ਲੈ ਕੇ ਆਏ ਅਤੇ ਉਹਨਾਂ ਨੇ ਸਾਡੇ ਸਾਹਮਣੇ ਕੋਈ ਸਿਚੁਏਸ਼ਨ ਖੜੀ ਕਰ ਦਿੱਤੀ। ਸਮਟਾਈਮ ਜਿੱਦਾਂ ਗੋਲ ਗੱਪਿਆਂ ਵਾਲੀ ਗੱਲ ਹੀ ਆਪਾਂ ਕਰ ਲਏ ਕਿ ਅਸੀਂ ਪੈਸੇ ਲੈ ਕੇ ਗਏ ਆ ਕਿ ਗੋਲ ਗੱਪੇ ਖਾਵਾਂਗੇ, ਉੱਥੇ ਸਾਡੇ ਕੋਲ ਮੰਗਣ ਵਾਲਾ ਖੜਾ ਹੋ ਗਿਆ ਤਾਂ ਅਸੀਂ ਕਹਿੰਦੇ ਨਹੀਂ ਮੇਰੇ ਕੋਲ ਤਾਂ ਪਹਿਲਾਂ ਹੀ ਪੂਰੇ ਪੈਸੇ ਆ, ਜੇ ਮੈਂ ਇਹਨੂੰ ਦੇ ਦਿੱਤੇ ਤਾਂ ਮੈਂ ਕਿੱਦਾਂ ਖਾਵਾਂਗਾ। ਹੋ ਸਕਦਾ ਸਾਡੀ ਪ੍ਰੀਖਿਆ ਹੋਵੇ, ਪਰਮੇਸ਼ਰ ਦੇਖਣਾ ਚਾਹੁੰਦਾ ਹੋਵੇ ਕਿ ਕੀ ਤੁਸੀਂ ਸਬਰ ਕਰ ਸਕਦੇ ਆ, ਕੀ ਤੁਸੀਂ ਆਪਣੇ ਸ਼ੌਕ ਛੱਡ ਕੇ ਕਿਸੇ ਦੀ ਜ਼ਰੂਰਤ ਪੂਰੀ ਕਰ ਸਕਦੇ ਆ। ਪਰਮੇਸ਼ਰ ਨੇ ਸਾਨੂੰ ਕਿਸ ਰੂਪ ਦੇ ਵਿੱਚ ਤੇ ਕਿਵੇਂ ਪਰਖ ਲੈਣਾ, ਇਸ ਗੱਲ ਦਾ ਸਾਨੂੰ ਅੰਦਾਜ਼ਾ ਨਹੀਂ ਆ। ਇੱਕ ਸਿਸਟਰ ਦਾ ਫੋਨ ਆਇਆ ਸੀ, ਉਹ ਬੜੇ ਪਰੇਸ਼ਾਨ ਸੀ ਤੇ ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਹਾਸਾ ਵੀ ਆ ਰਿਹਾ ਸੀ। ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਈ ਵੀ ਉਹ ਗੱਲ। ਕਹਿ ਰਹੇ ਸੀ ਸਿਸਟਰ ਮੇਰੇ ਤੇ ਇੰਨੀਆਂ ਪਰੇਸ਼ਾਨੀਆਂ, ਇੰਨੇ ਪਰਤਿਆਵੇ ਆਉਂਦੇ, ਜਾਂ ਤਾਂ ਪ੍ਰਭੂ ਮੈਨੂੰ ਆ ਕੇ ਦੱਸ ਦੇਵੇ ਵੀ ਮੈਂ ਤੈਨੂੰ ਪਰਖਦਾ ਆ, ਫਿਰ ਵੀ ਮੈਨੂੰ ਪਤਾ ਲੱਗ ਜੇ, ਤਾਂ ਮੈਨੂੰ ਪਤਾ ਤਾਂ ਹੋਵੇ ਵੀ ਪ੍ਰਭੂ ਮੈਨੂੰ ਪਰਖ ਰਿਹਾ। ਤਾਂ ਮੈਂ ਕਿਹਾ ਸਿਸਟਰ ਤੁਸੀਂ ਬੱਚਿਆਂ ਵਾਲੀ ਗੱਲ ਕਰ ਰਹੇ ਹੋ। ਅਗਰ ਇੱਕ ਟੀਚਰ ਸਾਨੂੰ ਐਗਜ਼ਾਮ ਤੋਂ ਪਹਿਲਾਂ ਹੀ ਦੱਸ ਦੇਵੇ ਵੀ ਪੇਪਰ ਦੇ ਵਿੱਚ ਆਹ ਸਵਾਲ ਆਉਣੇ, ਤੈਨੂੰ ਤੁਸੀਂ ਹੱਲ ਕਰ ਲਿਓ, ਤੇ ਸਾਡਾ ਐਗਜ਼ਾਮ ਕਾਹਦਾ ਹੋਇਆ? ਅਗਰ ਪਰਮੇਸ਼ਰ ਸਾਨੂੰ ਆ ਕੇ ਦੱਸ ਦੇਵੇ ਵੀ ਆਹ ਤੇਰੀ ਪ੍ਰੀਖਿਆ ਆ, ਇਹਨੂੰ ਤੂੰ ਸਹਿ ਲਈ, ਉਦੋਂ ਬਾਅਦ ਮੈਂ ਤੈਨੂੰ ਆਹ ਫਲ ਦੇਣਾ, ਤੇ ਅਸੀਂ ਤਾਂ ਲਾਲਚ ਨੂੰ ਆਪੇ ਹੀ ਸਹਿ ਲਾਂਗੇ। ਉਹ ਪ੍ਰੀਖਿਆ ਕਾਹਦੀ ਹੋਈ ਜੇ ਪ੍ਰਭੂ ਤੁਹਾਨੂੰ ਦੱਸ ਹੀ ਦੇਵੇ ਵੀ ਮੈਂ ਤੁਹਾਨੂੰ ਪਰਖ ਰਿਹਾ ਆ। ਕਿਉਂ ਅਸੀਂ ਕਈ ਵਾਰੀ ਬੱਚਿਆਂ ਜਿਹੀਆਂ ਗੱਲਾਂ ਕਰ ਲੈਂਦੇ ਆ। ਸਾਡੇ ਅੰਦਰ ਦੀ ਜਿਹੜੀ ਮਾਸੂਮੀਅਤ ਆ ਨਾ, ਕਿਉਂਕਿ ਸਿਰਫ ਇਸ ਕਰਕੇ ਆ ਕਿਉਂਕਿ ਸਾਨੂੰ ਅਜੇ ਗਿਆਨ ਦੀ ਕਮੀ ਆ। ਇਸ ਕਰਕੇ ਗਿਆਨ ਸਾਨੂੰ ਵਚਨ ਤੋਂ ਬਿਨਾਂ ਮਿਲਣਾ ਨਹੀਂ, ਤੇ ਵਚਨ ਸਾਨੂੰ ਪੜ੍ਹਨੇ ਹੀ ਪੈਣੇ, ਕਿਉਂਕਿ ਵਚਨ ਤੋਂ ਬਿਨਾਂ ਤਾਂ ਅਸੀਂ ਹਨੇਰੇ 'ਚ ਵੀ ਡਿੱਗਾਂਗੇ, ਪਾਪ 'ਚ ਵੀ ਡਿੱਗਾਂਗੇ, ਤੇ ਅਸੀਂ ਸ਼ੱਕ ਦੁਵਿਧਾ ਵਿੱਚ ਪਏ ਰਵਾਂਗੇ ਕਿ ਆਹ ਕੀ ਹੋ ਰਿਹਾ, ਕਿਉਂ ਹੋ ਰਿਹਾ, ਕਿਉਂਕਿ ਵਚਨ ਦੇ ਵਿੱਚ ਸਭ ਕੁਝ ਦੱਸਿਆ ਵੀ ਕਿਉਂ ਹੋ ਰਿਹਾ। ਉਸੇ ਤਰ੍ਹਾਂ ਜੇ ਸਾਨੂੰ ਪਹਿਲਾਂ ਹੀ ਪਤਾ ਹੋਵੇ ਜਿਹੜਾ ਮੰਗਣ ਵਾਲਾ ਆ ਦੂਤ ਆਇਆ, ਤੇ ਅਸੀਂ ਉਹਨੂੰ 10 ਰੁਪਏ ਦੇਣ ਦੀ ਬਜਾਏ 1000 ਦੇ ਦਾਂਗੇ ਵੀ ਇਹ ਤਾਂ ਦੂਤ ਸੀ, ਜੇ ਮੈਂ 1000 ਦਊਂਗਾ ਤੇ ਮੈਨੂੰ 10,000 ਮੁੜੇਗਾ। ਸਾਨੂੰ ਨਹੀਂ ਪਤਾ ਕਿ ਇਹਦੇ ਵਿੱਚ ਦੂਤ ਆ ਗਿਆ,
ਸਾਨੂੰ ਨਹੀਂ ਪਤਾ ਕਿੱਥੇ ਪ੍ਰਭੂ ਦਾ ਆਤਮਾ ਆਇਆ ਤੇ ਉਹਨੇ ਸਾਨੂੰ ਪਰਖਿਆ ਤੇ ਅਸੀਂ ਉਹ ਤੋਂ ਫੇਲ ਹੋ ਗਏ। ਇਸ ਲਈ ਪ੍ਰਤਿਆਵੇ ਪ੍ਰੀਖਿਆ ਦੇ ਲਈ ਤਿਆਰ ਰਹੋ। ਪਰਮੇਸ਼ਰ ਬੁਰੀਆਂ ਗੱਲਾਂ 'ਚ ਨਹੀਂ ਪਰਖਦਾ। ਇਸ ਗੱਲ ਦਾ ਵੀ ਵਹਿਮ ਕੱਢ ਦਿਓ ਵੀ ਸਾਡੇ ਤੇ ਦੁੱਖ ਨਹੀਂ ਟੁੱਟਦੇ ਜੀ, ਪ੍ਰਭੂ ਸਾਨੂੰ ਪਰਖਦਾ ਆ। ਪਰਮੇਸ਼ਰ ਦੁੱਖ 'ਚ ਨਹੀਂ ਪਰਖਦਾ, ਪਰਮੇਸ਼ਰ ਬੁਰੀਆਂ ਗੱਲਾਂ 'ਚ ਨਹੀਂ ਪਰਖਦਾ। ਪਰਮੇਸ਼ਰ ਅਗਰ ਪਰਖਦਾ ਸਾਡੇ ਵਿਸ਼ਵਾਸ ਨੂੰ ਪਰਖਦਾ, ਸਬਰ ਨੂੰ ਪਰਖਦਾ, ਧੀਰਜ ਨੂੰ ਪਰਖਦਾ ਆ, ਤਾਂ ਉਹਦੇ ਲਈ ਸਾਨੂੰ ਸਬਰ ਰੱਖਣਾ ਪਏਗਾ। ਸੱਚਮੁੱਚ ਜਦੋਂ ਵਰਤ ਦੀਆਂ ਬਹੁਤ ਸਾਰੀਆਂ ਗਵਾਹੀਆਂ ਆਉਂਦੀਆਂ ਸੀ ਨਾ, ਤਾਂ ਮੈਂ ਇੱਕ ਦੋ ਵਾਰ ਤੇ ਇਹ ਗੱਲ ਕਹੀ ਫਿਰ ਪਰਮੇਸ਼ਰ ਕਿ ਸੱਚਮੁੱਚ ਮੇਰੇ 'ਚ ਇਹੋ ਜਿਹਾ ਵਿਸ਼ਵਾਸ ਹੀ ਹੈ ਨਹੀਂ ਵੀ ਸਾਰਿਆਂ ਦੀਆਂ ਕਿੰਨੀਆਂ ਕਿੰਨੀਆਂ ਗਵਾਹੀਆਂ ਬਣੀਆਂ, ਮੇਰੀ ਇੱਕੋ ਹੀ ਗਵਾਹੀ ਬਣੀ ਆ। ਪਰ ਮੈਂ ਉਸ ਤੋਂ ਬਾਅਦ ਭੁੱਲ ਹੀ ਗਈ ਇਸ ਗੱਲ ਨੂੰ। ਨਾ ਮੈਂ ਉਸ ਤੋਂ ਬਾਅਦ ਉਸ ਚੀਜ਼ ਲਈ ਕਦੇ ਦੁਆ ਕੀਤੀ, ਨਾ ਮੈਨੂੰ ਕਦੇ ਖਿਆਲ ਹੀ ਆਇਆ। ਤਾਂ ਪਰਮੇਸ਼ਰ ਨੇ ਉਦੋਂ ਮੈਨੂੰ ਦਿੱਤਾ ਜਦੋਂ ਮੈਂ ਹੀ ਭੁੱਲ ਗਈ। ਤੇ ਜੇ ਮੈਂ ਉਹਨੂੰ ਵਾਰ-ਵਾਰ ਯਾਦ ਰੱਖਦੀ ਤਾਂ ਪਰਮੇਸ਼ਰ ਨੇ ਸੋਚਣਾ ਸੀ ਕਿ ਇਹ ਲਾਲਚੀ ਆ। ਤਾਂ ਮੈਂ ਉਸ ਟੌਪਿਕ ਨੂੰ ਛੱਡ ਹੀ ਦਿੱਤਾ, ਮੈਂ ਕਦੇ ਮੰਗਿਆ ਹੀ ਨਹੀਂ। ਇਹ ਸੱਚਾਈ ਆ, ਮੈਂ ਪ੍ਰੇਜ਼ ਨਹੀਂ ਕਰ ਰਹੀ ਆਪਣੇ ਆਪ ਦੀ। ਪਤਾ ਨਹੀਂ ਕਿਉਂ ਮੇਰਾ ਨੇਚਰ ਇੱਦਾਂ ਦਾ। ਮੈਨੂੰ ਪ੍ਰਾਰਥਨਾ ਵਿੱਚ ਆਪਦੇ ਲਈ ਜਾਂ ਆਪਦੇ ਪਰਿਵਾਰ ਦੇ ਲਈ ਮੰਗਣਾ ਐਡਾ ਹੀ ਔਖਾ ਲੱਗਦਾ ਨਾ ਕਿ ਮੈਂ ਪਰਮੇਸ਼ਰ ਨਾਲ ਸਿਰਫ ਗੱਲਾਂ ਕਰ ਸਕਦੀ ਹਾਂ, ਪਰ ਮੈਥੋਂ ਮੰਗਿਆ ਨਹੀਂ ਜਾਂਦਾ। ਪਤਾ ਨਹੀਂ ਕਿਉਂ ਇਹ ਗੱਲ ਆ। ਇਹ ਅੱਜ ਦੀ ਨਹੀਂ, ਸ਼ੁਰੂ ਤੋਂ ਹੀ ਗੱਲ ਆ। ਮੈਥੋਂ ਮੰਗਿਆ ਹੀ ਨਹੀਂ ਜਾਂਦਾ। ਮੈਂ ਬਸ ਵੈਸੇ ਹੀ ਆਪਣੀਆਂ ਪਾਗਲਪਨ ਦੀਆਂ ਗੱਲਾਂ ਹੀ ਕਰਕੇ ਤੇ ਸੋ ਜਾਨੀ ਪਰਮੇਸ਼ਰ ਦੇ ਨਾਲ। ਸ਼ਾਇਦ ਪਰਮੇਸ਼ਰ ਇੰਨੇ 'ਚ ਹੀ ਮੇਰੇ ਨਾਲ ਖੁਸ਼ ਆ, ਪਰ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ। ਪਰਮੇਸ਼ਰ ਮੇਰੇ ਤੋਂ ਖੁਸ਼ ਆ, ਬਹੁਤ ਚੰਗੀ ਗੱਲ ਆ। ਤਾਂ ਆਪਾਂ ਫਿਰ ਟੌਪਿਕ 'ਤੇ ਆਉਂਦੇ ਹਾਂ। ਵਚਨ ਕਹਿ ਰਿਹਾ ਕਿ ਤੁਸੀਂ ਮੈਨੂੰ ਖਾਣਾ ਖਿਲਾਇਆ, ਮੈਨੂੰ ਕੱਪੜੇ ਦਿੱਤੇ, ਮੈਨੂੰ ਵਸਤਰ ਦਿੱਤੇ। ਕਿੱਦਾਂ ਦਿੱਤੇ? ਜਦੋਂ ਕੋਈ ਜ਼ਰੂਰਤਮੰਦ ਤੁਹਾਡੇ ਕੋਲ ਆਇਆ, ਤੁਸੀਂ ਉਹਦੀ ਜ਼ਰੂਰਤ ਪੂਰੀ ਕੀਤੀ। ਜਦੋਂ ਕੋਈ ਕਹਿ ਰਿਹਾ ਕਿ ਮੇਰੇ ਕੋਲ ਘਰ ਨਹੀਂ ਹੈਗਾ, ਤੁਸੀਂ ਉਹਨੂੰ ਆਪਣੇ ਘਰ ਠਹਿਰਾਇਆ। ਜਦੋਂ ਕੋਈ ਕਹਿ ਰਿਹਾ ਮੇਰੇ ਕੋਲ ਕੱਪੜੇ ਨਹੀਂ ਹੈਗੇ, ਤੁਸੀਂ ਉਹਨੂੰ ਦੇ ਦਿੱਤੇ। ਔਰ ਜ਼ਰੂਰੀ ਨਹੀਂ ਹੈ ਕਿ ਸਿਰਫ ਇਸੇ ਗੱਲਾਂ 'ਚ ਹੀ ਪਰਮੇਸ਼ਰ ਪਰਖੇਗਾ। ਬਹੁਤ ਸਾਰੀਆਂ ਗੱਲਾਂ ਨੇ ਪਰਮੇਸ਼ਰ ਪਰਖ ਸਕਦਾ ਸਾਨੂੰ। ਪਰ ਕਦੇ ਆਹ ਗੱਲ ਦਾ ਤਾਂ ਬਿਲਕੁਲ ਵੀ ਆਪਣੇ ਮਨ 'ਚੋਂ ਵਹਿਮ ਕੱਢ ਦਿਓ ਵੀ ਪਹਿਲਾਂ ਪ੍ਰਭੂ ਸਾਨੂੰ ਦੱਸ ਕੇ ਜਾਵੇ ਵੀ ਮੈਂ ਤੁਹਾਨੂੰ ਹੁਣ ਪਰਖਣ ਲੱਗਾ ਤੇ ਫਿਰ ਪਰਖੇ। ਉਹ ਪਰਤਿਆਵਾ ਨਹੀਂ ਹੁੰਦਾ। ਜਦ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਪਰਖਦੇ ਤਾਂ ਉਹਨੂੰ ਦੱਸ ਕੇ ਨਹੀਂ ਪਰਖਦੇ। ਜਦੋਂ ਅਸੀਂ ਉਹਦੇ ਤੋਂ ਕੋਈ ਗੱਲ ਕਢਵਾਉਣੀ ਹੁੰਦੀ, ਉਹਨੂੰ ਦੱਸਦੇ ਨਹੀਂ ਵੀ ਅਸੀਂ ਤੇਤੋਂ ਗੱਲ ਕਢਵਾਉਣੀ ਆ। ਜਾਂ ਜਦੋਂ ਅਸੀਂ ਉਹਨੂੰ ਮਨਵਾਉਣੀ ਹੁੰਦੀ ਕੋਈ ਗੱਲ, ਤੇ ਉਹਨੂੰ ਮਿੱਠੀਆਂ ਆਪਾਂ ਲਾਉਂਦੇ ਆ ਵੀ ਪਿਆਰ ਦੇ ਨਾਲ ਗੱਲਾਂ ਮਾਰਦੇ ਆ, ਤਾਂ ਉਹਨੂੰ ਉਸ ਤਰੀਕੇ ਨਾਲ ਸਮਝਾਉਣੇ ਆ ਕਿ ਉਹ ਸਮਝ ਜੇ। ਤਾਂ ਅਸੀਂ ਉਹਨੂੰ ਦੱਸਦੇ ਨਹੀਂ ਵੀ ਅਸੀਂ ਤੇਰੇ ਤੇ ਗੇਮ ਪਾ ਰਹੇ ਹਾਂ। ਇਸ ਲਈ ਪਰਮੇਸ਼ਰ ਦੱਸੇਗਾ ਨਹੀਂ ਕਿ ਕਦੋਂ ਆ ਗਿਆ ਕਦੋਂ ਨਹੀਂ। ਅੰਤ ਦਾ ਵੇਲਾ ਵੀ ਇਸੇ ਤਰ੍ਹਾਂ ਆਏਗਾ। ਉਹਨੇ ਕਿਸੇ ਨੂੰ ਦੱਸਣਾ ਨਹੀਂ ਵੀ ਅੰਤ ਦੇ ਵਿੱਚ 2 ਦਿਨ ਰਹਿ ਗਏ, ਅੰਤ ਵਿੱਚ 2 ਸਾਲ ਰਹਿ ਗਏ, ਕਰ ਲਓ ਤਿਆਰੀ, ਕਰ ਲਓ ਤਿਆਰੀ। ਇਹ ਤਾਂ ਅਚਾਨਕ ਚੋਰ ਦੀ ਨਿਆਈ ਆ ਜਾਣੀ। ਪ੍ਰੀਖਿਆ ਵੀ ਤੇ ਅੰਤ ਦਾ ਵੇਲਾ ਵੀ, ਤੇ ਤੁਹਾਨੂੰ ਉਹੀ ਹੋਏਗਾ, ਬਚਾਇਆ ਉਹੀ ਜਾਏਗਾ ਜਿਹੜਾ ਹਮੇਸ਼ਾ ਦੀ ਤਿਆਰ ਰਹੇਗਾ। ਜਿੱਦਾਂ 10 ਕੁਆਰੀਆਂ ਨੇ ਤਿਆਰੀ ਕੀਤੀ ਸੀ, ਜਿਹੜਾ ਹਮੇਸ਼ਾ ਲਈ ਤਿਆਰ ਹੋ ਕੇ ਬੈਠਾ ਹੋਏਗਾ ਉਹਨੂੰ ਲੈ ਜਾਏਗਾ। ਤੇ ਜਿਹੜਾ ਵੇਟ ਕਰੇਗਾ ਵੀ ਖਰੇ ਪਹਿਲਾਂ ਘੰਟੀਆਂ ਵੱਜਣਗੀਆਂ ਜੀ, ਹੁਣ ਬਜ਼ਰ ਵੱਜੇਗਾ, ਹੁਣ 2 ਘੰਟੇ ਰਹਿ ਗਏ ਅੰਤ ਹੋਣ ਵਿੱਚ, 1 ਘੰਟਾ ਰਹਿ ਗਿਆ ਅੰਤ ਹੋਣ ਵਿੱਚ, ਤੇ ਉਦੋਂ ਜੇ ਤੌਬਾ ਕਰ ਲਾਂਗੇ ਜਾਂ ਫਿਰ ਉਦੋਂ ਜੇ ਭਲਾਈ ਕਰ ਲਾਂਗੇ, ਉਦੋਂ ਜੇ ਅਨਾਥ ਆਸ਼ਰਮਾਂ 'ਚ ਦਾਨ ਦੇ ਆਵਾਂ ਕਰਾਂਗੇ, ਉਦੋਂ ਸੜਕ ਤੇ ਬੈਠੇ ਭਿਖਾਰੀਆਂ ਨੂੰ 10-12 ਹਜ਼ਾਰ ਵੰਡ ਦਾਂਗੇ ਇਕੱਠਾ ਹੀ, ਤੇ ਇਕੱਠੇ ਹੀ ਪਾਪ ਧੋ ਲਵਾਂਗੇ। ਇਸ ਕਰਕੇ ਹਰ ਵੇਲੇ ਤਿਆਰ ਰਹੋ। ਅੰਤ ਦਾ ਵੇਲਾ, ਨਿਆਂ ਦਾ ਵੇਲਾ ਕਦੋਂ ਆ ਜਾਣਾ ਸਾਨੂੰ ਨਹੀਂ ਪਤਾ। ਕਿਤੇ ਅਜਿਹਾ ਨਾ ਹੋਵੇ ਕਿ 41 ਨੰਬਰ ਆਈ ਤੇ ਸਾਡੇ ਤੇ ਲੱਗ ਜੇ। 41 ਨੰਬਰ ਆਈ 'ਚ ਲਿਖਿਆ ਕਹਿੰਦਾ, ਹੇ ਸਰਾਪੀਓ ਮੇਰੇ ਕੋਲੋਂ ਦੂਰ ਹੋ ਜਾਓ ਤੇ ਸਦੀਪਕ ਦੀ ਅੱਗ ਵਿੱਚ ਜਾਓ, ਕਿਉਂਕਿ ਤੁਸੀਂ ਸ਼ੈਤਾਨ ਅਤੇ ਉਹਦੇ ਦੂਤਾਂ ਲਈ ਤਿਆਰੀ ਕੀਤੀ ਆ। ਅਸੀਂ ਪਰਮੇਸ਼ਰ ਤੇ ਉਹਦੇ ਦੂਤਾਂ ਲਈ ਤਿਆਰੀ ਕਰਨੀ ਆ, ਸ਼ੈਤਾਨ ਤੇ ਉਹਦੇ ਦੂਤਾਂ ਲਈ ਨਹੀਂ। ਕਿਉਂਕਿ ਸ਼ੈਤਾਨ ਦੇ ਕੰਮ ਨਸ਼ਾ ਆ, ਚੋਰੀ ਆ, ਵਿਭਚਾਰ ਆ, ਝੂਠ ਆ, ਫਰੇਬ ਆ, ਅਸ਼ਾਂਤੀ ਆ, ਲੜਾਈ ਝਗੜਾ ਆ, ਗੁੱਸਾ ਆ, ਵੈਰ ਵਿਰੋਧ ਆ, ਤੇ ਜਿੰਨੇ ਘਟੀਆ ਕੰਮ ਨੇ ਉਹ ਸਾਰੇ ਸ਼ੈਤਾਨ ਦੇ ਆ। ਤੇ ਕਿਤੇ ਅਸੀਂ ਇਹਨਾਂ ਕੰਮਾਂ 'ਚ ਹੀ ਫਸੇ ਨਾ ਰਹਿ ਜਾਈਏ। ਅਜਿਹਾ ਨਾ ਹੋਵੇ ਕਿ ਅੰਤ ਆ ਜਾਵੇ ਤੇ ਸਾਡੇ ਆਪਦੇ ਹੀ ਗੋਲ ਗੱਪੇ ਨਾਲ ਨਿਬੜਨ ਤੇ ਅਸੀਂ ਉਹਨਾਂ ਚੱਕਰਾਂ 'ਚ ਹੀ ਪਏ ਰਹਿ ਜਾਈਏ ਤੇ ਅਸੀਂ ਕਿਸੇ ਦਾ ਦਾਨ ਪੁੰਨ ਕਰੀਏ ਹੀ ਨਾ। ਜਿੱਥੇ ਜ਼ਰੂਰਤ ਆ ਉੱਥੇ ਦਿਓ, ਜਿਹਨੂੰ ਜ਼ਰੂਰਤ ਆ ਉਹਨੂੰ ਦਿਓ, ਪਰ ਮਨ ਮਾਰ ਕੇ ਨਹੀਂ, ਆਪਣੇ ਮਨ ਦੇ ਨਾਲ ਦਿਓ, ਆਪਣੀ ਖੁਸ਼ੀ ਦੇ ਨਾਲ ਦਿਓ। ਕਿਉਂਕਿ ਪਰਮੇਸ਼ਰ ਕਹਿੰਦਾ ਜਿੱਥੇ ਤੁਹਾਡਾ ਧਨ ਆ ਉੱਥੇ ਤੁਹਾਡਾ ਮਨ ਆ। ਆਪਣੇ ਮਨ ਦੇ ਨਾਲ, ਆਪਣੀ ਖੁਸ਼ੀ ਦੇ ਨਾਲ ਪਰਮੇਸ਼ਰ ਦਾ ਭੈ ਅਤੇ ਡਰ ਮੰਨਦੇ ਹੋਏ ਦਿਲ ਤੋਂ ਕਰੋ, ਕਿਉਂਕਿ ਪਰਮੇਸ਼ਰ ਨੂੰ ਦਿਖਾਵੇ ਤੇ ਬਨਾਵਟੀ ਚੀਜ਼ਾਂ ਪਸੰਦ ਨਹੀਂ ਆ। ਔਰ ਅਗਰ ਅਸੀਂ ਕਿਸੇ ਜ਼ਰੂਰਤਮੰਦ ਤੋਂ ਮੂੰਹ ਫੇਰ ਲਾਂਗੇ ਤੇ ਅਸੀਂ ਭਰਿਆ ਕਟੋਰਿਆਂ ਦੇ ਵਿੱਚ ਪਾਈ ਜਾਵਾਂਗੇ, ਤਾਂ ਅਸੀਂ ਜਾਣਦੇ ਕਿ ਜਦ ਇੱਕ ਬਾਲਟੀ ਭਰ ਜਾਂਦੀ ਆ ਤਾਂ ਜਿੰਨਾ ਪਾਣੀ ਉਹਦੇ ਵਿੱਚ ਆ
ਉਹ ਤਾਂ ਜ਼ਰੂਰਤ 'ਚ ਆ ਸਕਦਾ, ਪਰ ਜਿਹੜਾ ਉਹਦੇ ਬਾਹਰ ਡੁੱਲ ਰਿਹਾ ਆ ਨਾ, ਉਹ ਵੇਸਟ ਹੋ ਰਿਹਾ ਆ। ਇਸ ਲਈ ਭਰੇ ਖਜ਼ਾਨਿਆਂ ਨੂੰ ਨਾ ਭਰੋ, ਖਾਲੀਆਂ ਨੂੰ ਭਰੋ, ਤਾਂ ਕਿ ਉਹ ਵੀ ਭਰੇ ਹੋ ਜਾਣ ਅਤੇ ਕੋਈ ਤੁਹਾਨੂੰ ਆਸ਼ੀਸ਼ ਦੇਵੇ, ਕਿਉਂਕਿ ਕਿਸੇ ਦੇ ਮੂੰਹ ਦੇ ਵਿੱਚੋਂ ਨਿਕਲਿਆ ਇੱਕ ਆਸ਼ੀਸ਼ ਦਾ ਸ਼ਬਦ ਤੁਹਾਡੀ ਜ਼ਿੰਦਗੀ ਬਦਲ ਸਕਦਾ ਆ। ਹਾਲੇਲੂਇਆ। ਤਾਂ ਜਿਹੜੇ ਸ਼ਰਾਪੀ ਹੋਣਗੇ, ਜਿਹੜੇ ਕਿਸੇ ਦੀ ਜ਼ਰੂਰਤ ਨੂੰ ਨਾ ਪੂਰਿਆ ਕਰਨਗੇ, ਜਿਹੜੇ ਕਿਸੇ ਜ਼ਰੂਰਤਮੰਦ ਨੂੰ ਵੇਖ ਕੇ ਮੂੰਹ ਫੇਰ ਲੈਣਗੇ, ਜਿਹੜੇ ਕਿਸੇ ਦੀ ਜ਼ਰੂਰਤ ਨੂੰ ਛੱਡ ਕੇ ਆਪਣੇ ਸ਼ੌਂਕ ਪੂਰੇ ਕਰਨ ਦੇ ਵਿੱਚ ਲੱਗੇ ਰਹਿਣਗੇ, ਪਰਮੇਸ਼ਰ ਉਹਨਾਂ ਨੂੰ ਕੀ ਕਹੇਗਾ ਕਿ ਮੇਰੇ ਕੋਲੋਂ ਦੂਰ ਹੋ ਜਾਓ ਅਤੇ ਸਦਾ ਦੀ ਅੱਗ ਦੇ ਵਿੱਚ ਚਲੇ ਜਾਓ, ਕਿਉਂਕਿ ਤੁਸੀਂ ਮੇਰੇ ਲਈ ਨਹੀਂ ਪਰ ਸ਼ੈਤਾਨ ਅਤੇ ਉਹਦੇ ਦੂਤਾਂ ਦੇ ਲਈ ਕੰਮ ਕੀਤਾ। ਤੇ ਪਰਮੇਸ਼ਰ ਦੇ ਲਈ ਕੰਮ ਕਰਨ ਦੇ ਲਈ ਤਾਂ ਦਇਆ ਭਲਾਈ ਦਾ ਹੋਣਾ ਚਾਹੀਦਾ, ਨਮਰਤਾ ਦਾ, ਪਿਆਰ ਵਾਲਾ, ਸ਼ਾਂਤੀ ਵਾਲਾ, ਮਦਦ ਵਾਲਾ ਹੋਣਾ ਚਾਹੀਦਾ। ਤੇ ਜਿਹੜੇ ਸ਼ੈਤਾਨ ਦੇ ਕੰਮ ਉਹ ਲੁੱਟ ਖੋਹ ਦੇ, ਚੋਰੀ ਦੇ, ਝੂਠ ਦੇ, ਵਿਭਚਾਰ ਦੇ ਹੋਣਗੇ। ਹੁਣ ਸੋਚਣਾ ਅਸੀਂ ਆ ਕਿ ਅਸੀਂ ਭੇਡਾਂ ਵਿੱਚ ਗਿਣੇ ਜਾਣਾ ਆ ਕਿ ਬੱਕਰੀਆਂ ਦੇ ਵਿੱਚ ਗਿਣੇ ਜਾਣਾ ਆ, ਅਸੀਂ ਸਦੀਪਕ ਜੀਵਨ ਦੇ ਵਿੱਚ ਜਾਣਾ ਆ ਕਿ ਸਦੀਪਕ ਮੌਤ ਦੇ ਵਿੱਚ ਜਾਣਾ ਆ। ਅਸੀਂ ਪਰਮੇਸ਼ਰ ਦੇ ਦੂਤਾਂ ਦੇ ਲਈ ਅਤੇ ਰਾਜੇ ਦੇ ਲਈ ਰਾਹ ਤਿਆਰ ਕਰਨਾ ਜਾਂ ਸ਼ੈਤਾਨ ਲਈ ਅਤੇ ਉਹਦੇ ਦੂਤਾਂ ਦੇ ਲਈ ਰਾਹ ਤਿਆਰ ਕਰਨਾ ਆ। ਇਸ ਕਰਕੇ ਉਹ ਕੰਮ ਕਰੋ ਜਿਹੜੇ ਪ੍ਰਭੂ ਨੂੰ ਪਸੰਦ ਆ, ਕਿਉਂਕਿ ਸਾਡਾ ਨਿਆਂ ਕਿਸੇ ਸੰਸਾਰ ਦੇ ਪਰਸਨ ਨੇ ਨਹੀਂ ਕਰਨਾ, ਸਾਡਾ ਨਿਆਂ ਸਾਡੇ ਬੈਂਕ ਅਕਾਊਂਟ ਨੇ ਨਹੀਂ ਕਰਨਾ, ਸਾਡਾ ਨਿਆਂ ਧਰਤੀ ਤੇ ਆਏ ਕਿਸੇ ਵੀ ਪਰਸਨ ਨੇ ਨਹੀਂ ਕਰਨਾ। ਜਿਹਨੇ ਸਾਡਾ ਨਿਆਂ ਕਰਨਾ, ਅਗਰ ਅਸੀਂ ਉਹਦੀ ਨਿਗਾਹ ਦੇ ਵਿੱਚ ਖਰੇ ਨਾ ਹੋਏ ਨਾ, ਤਾਂ ਸਾਡਾ ਧਰਤੀ ਦੇ ਉੱਤੇ ਕੀਤਾ ਕਰਾਇਆ ਸਭ ਵਿਅਰਥ ਆ। ਕਿਉਂਕਿ ਅਗਰ ਅਸੀਂ ਆਪਣੇ ਘਰ ਦੇ ਵਿੱਚ ਆਪਣੀ ਮਰਜ਼ੀ ਤੇ ਆਪਣੇ ਰੂਲ ਰੱਖਦੇ ਆ, ਅਗਰ ਸਾਡੇ ਮਾਂ-ਬਾਪ ਨੂੰ ਇਹ ਆ ਵੀ ਸਾਡੇ ਬੱਚੇ ਸਾਡੇ ਅਧੀਨ ਰਹਿਣ ਅਤੇ ਜੋ ਅਸੀਂ ਕਹਿੰਦੇ ਆ ਤੇ ਉਹੀ ਕਰਨ, ਤੇ ਜੇ ਅਸੀਂ ਉਸ ਰਾਜੇ ਦੇ ਅਧੀਨ ਨਾ ਹੋਏ ਤਾਂ ਉਸ ਰਾਜੇ ਨੇ ਸਾਨੂੰ ਆਪਣੇ ਰਾਜ ਦੇ ਵਿੱਚ ਵੜਨ ਨਹੀਂ ਦੇਣਾ। ਹਾਲੇਲੂਇਆ। ਤੇ ਸਾਡੀ ਤਲਾਸ਼ ਉਸ ਰਾਜ ਦੀ ਆ, ਤਾਂ ਜੇ ਅਸੀਂ ਉਸ ਰਾਜ ਦੇ ਵਿੱਚ ਜਾਣਾ ਚਾਹੁੰਦੇ ਤਾਂ ਸਾਨੂੰ ਚਾਹੀਦਾ ਕਿ ਅਸੀਂ ਹਰ ਉਹ ਭਲਾ ਕੰਮ ਕਰੀਏ ਜਿਹੜਾ ਉਸ ਰਾਜੇ ਨੂੰ ਪਸੰਦ ਆਵੇ। ਅਤੇ ਸਾਡੇ ਰਾਜੇ ਨੂੰ ਇਹ ਨਹੀਂ ਪਸੰਦ ਕਿ ਅਸੀਂ ਧਰਤੀ ਤੇ ਬਥੇਰਾ ਧਨ ਜੋੜੀਏ, ਅਸੀਂ ਆਪਣੇ ਸ਼ੌਂਕਾਂ ਨੂੰ ਪੂਰੀਆਂ ਕਰੀਏ, ਅਸੀਂ ਧਰਤੀ ਉੱਤੇ ਹੀ ਖੁਸ਼ੀਆਂ ਪਾ ਲਈਏ, ਅਸੀਂ ਧਰਤੀ ਉੱਤੇ ਹੀ ਉਹ ਕੰਮ ਕਰ ਲਈਏ ਜਿਹੜੇ ਸਾਨੂੰ ਪਸੰਦ ਆ। ਪਰ ਥੋੜਾ ਜਿਹਾ ਆਪਣਾ ਮਨ ਮਾਰ ਕੇ ਕਦੇ ਕਿਸੇ ਦੀ ਜ਼ਰੂਰਤ ਪੂਰਾ ਕਰਕੇ ਦੇਖੋਗੇ ਨਾ, ਤਾਂ ਤੁਹਾਨੂੰ ਤੁਹਾਡੇ ਸ਼ੌਕ ਨਾਲੋਂ ਵੱਧ ਕੇ ਉਹ ਜ਼ਰੂਰਤ ਦੀ ਖੁਸ਼ੀ ਹੋਏਗੀ। ਹਾਲੇਲੂਇਆ। ਤਾਂ ਆਓ ਅੱਜ ਆਪਾਂ ਸਾਰੇ ਮਿਲ ਕੇ ਖੁਦਾਵੰਦ ਦੀ ਇਸ ਕਿਰਪਾ, ਆਸ਼ੀਸ਼, ਬਰਕਤ ਅਤੇ ਉਸ ਵਿਰਸੇ ਦੇ ਵਾਰਿਸ ਹੋਣ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਪਿਤਾ ਪਰਮੇਸ਼ਰ, ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਪ੍ਰਭੂ ਜੀ ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਪਿਤਾ ਪਰਮੇਸ਼ਰ। ਤੁਸੀਂ ਦਇਆ ਕਰਨ ਵਾਲੇ, ਪਵਿੱਤਰ ਕਰਨ ਵਾਲੇ, ਸ਼ੁੱਧ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਤੁਸੀਂ ਪਵਿੱਤਰ ਕਰਨ ਵਾਲੇ ਪਰਮੇਸ਼ਰ ਹੋ ਪਿਤਾ। ਅੱਜ ਹਰ ਇੱਕ ਜਨ ਜੋ ਤੁਹਾਡੀ ਹਜ਼ੂਰੀ ਦੇ ਵਿੱਚ ਬੈਠਾ ਪਿਤਾ ਪਰਮੇਸ਼ਰ, ਪਵਿੱਤਰ, ਸ਼ੁੱਧ ਅਤੇ ਆਜ਼ਾਦ ਕਰੋ ਪਿਤਾ ਪਰਮੇਸ਼ਰ। ਧੰਨਵਾਦ ਕਰਦੇ ਅੱਜ ਦੀ ਸਵੇਰ ਦੇ ਲਈ ਪਿਤਾ ਜੀ, ਜੋ ਅੱਜ ਦਾ ਸੁੰਦਰ ਅਤੇ ਪਿਆਰਾ ਦਿਨ ਤੁਸੀਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਲੈ ਕੇ ਆਂਦਾ ਖੁਦਾਵੰਦ। ਬਹੁਤ ਸਾਰੇ ਜਨ ਸੀ ਪ੍ਰਭੂ ਜੀ ਜੋ ਅੱਜ ਦੇ ਦਿਨ ਨੂੰ ਨਾ ਦੇਖ ਸਕੇ ਪਿਤਾ ਪਰਮੇਸ਼ਰ, ਪਰ ਤੁਸੀਂ ਸਾਨੂੰ ਜਿਉਂਦਿਆਂ ਦੀ ਧਰਤੀ ਦੇ ਉੱਤੇ ਜਿਉਂਦੇ ਰੱਖਿਆ ਪਿਤਾ ਪਰਮੇਸ਼ਰ। ਤੁਸੀਂ ਆਪਣੀ ਕਿਰਪਾ, ਆਸ਼ੀਸ਼, ਬਰਕਤ ਦੇ ਨਾਲ ਸਾਨੂੰ ਭਰਿਆ ਪ੍ਰਭੂ ਜੀ, ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬਲੈਸ ਅਤੇ ਆਸ਼ੀਸ਼ਿਤ ਕੀਤਾ ਪਿਤਾ ਪਰਮੇਸ਼ਰ। ਤੁਹਾਡਾ ਸਦਾ ਦਾ ਨੇਮ ਸਾਡੇ ਨਾਲ ਬੰਨਿਆ ਗਿਆ ਪ੍ਰਭੂ ਜੀ। ਸੱਚਮੁੱਚ ਮਹਾਨ ਪਿਤਾ, ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ ਪਿਤਾ ਜੀ। ਸੱਚਮੁੱਚ ਪ੍ਰਭੂ ਜੀ, ਤੁਸੀਂ ਉਸ ਨਰਕ ਦੇ ਖੱਡੇ ਦੇ ਵਿੱਚੋਂ ਬਾਹਰ ਸਾਨੂੰ ਕੱਢ ਕੇ ਲਿਆਏ ਪਿਤਾ। ਤੁਸੀਂ ਆਪਣੇ ਵਚਨਾਂ ਦੇ ਨਾਲ ਸਾਨੂੰ ਧੋਤਾ ਤੇ ਸ਼ੁੱਧ ਕੀਤਾ। ਤੁਸੀਂ ਆਪਣੇ ਲਹੂ ਦੇ ਵਸੀਲੇ ਸਾਨੂੰ ਮਸਾ ਕੀਤਾ ਪਿਤਾ ਜੀ। ਤੁਸੀਂ ਉਸ ਵਿਅਰਥ ਦੇ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਿਆ ਪਿਤਾ। ਤੁਸੀਂ ਆਪਣੀ ਬਲੀ ਦੇ ਕੇ ਸਾਨੂੰ ਬਲੀਆਂ ਦੇ ਵਿੱਚੋਂ ਬਾਹਰ ਕੱਢਿਆ ਪ੍ਰਭੂ ਜੀ। ਤੁਸੀਂ ਸੱਚਮੁੱਚ ਪਿਤਾ ਪਰਮੇਸ਼ਰ ਸਾਨੂੰ ਪੁਰਾਣੇ ਨੇਮ ਦੀ ਵਿਵਸਥਾ ਤੋਂ ਫ੍ਰੀ ਕਰਕੇ ਇੱਕ ਨਵਾਂ ਨੇਮ ਸਾਡੇ ਨਾਲ ਬੰਨਿਆ ਪਿਤਾ। ਔਰ ਇਸ ਨਵੇਂ ਨੇਮ ਦੇ ਵਿੱਚ ਤੁਸੀਂ ਸਾਡੀ ਜ਼ਿੰਦਗੀ ਨੂੰ ਸਰਲ ਅਤੇ ਸੌਖਿਆ ਕੀਤਾ ਪਿਤਾ। ਤੁਹਾਡੇ ਵਚਨ ਸਿੱਧੇ ਅਤੇ ਸੰਪੂਰਨ ਨੇ ਪ੍ਰਭੂ ਜੀ। ਤੁਹਾਡੇ ਵਚਨ ਜ਼ਿੰਦਗੀ ਨੂੰ ਸੱਚ ਦੀ ਰੋਸ਼ਨੀ ਦੇਣ ਵਾਲੇ ਨੇ ਖੁਦਾਵੰਦ। ਤੁਹਾਡਾ ਸੱਚਾ ਸਹਾਇਕ ਪਵਿੱਤਰ ਆਤਮਾ ਸਾਨੂੰ ਸੰਭਾਲਣ ਅਤੇ ਸ਼ੁੱਧ ਕਰਨ ਵਾਲਾ ਹੈ ਪਿਤਾ ਪਰਮੇਸ਼ਰ। ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਭਰਦੇ ਅਤੇ ਆਸ਼ੀਸ਼ਿਤ ਕਰਦੇ ਹੋ ਪ੍ਰਭੂ ਜੀ। ਸੱਚਮੁੱਚ ਖੁਦਾਵੰਦ, ਸੱਚਾ ਸਹਾਇਕ ਪਵਿੱਤਰ ਆਤਮਾ ਬਣ ਕੇ ਤੁਸੀਂ ਸਾਡੇ ਵਿੱਚ ਰਹਿੰਦੇ ਹੋ ਪਿਤਾ। ਸਾਨੂੰ ਛੋਹਦੇ ਅਤੇ ਆਜ਼ਾਦ ਕਰਦੇ ਹੋ ਪ੍ਰਭੂ ਜੀ। ਸੱਚਮੁੱਚ ਤੁਸੀਂ ਅਕਲ, ਮਤ, ਬੁੱਧ ਅਤੇ ਗਿਆਨ ਦੇਣ ਵਾਲੇ ਪਰਮੇਸ਼ਰ ਹੋ ਪਿਤਾ। ਤੁਸੀਂ ਹਰ ਪਲ ਸਾਡੀ ਆਵਾਜ਼ ਨੂੰ ਸੁਣਦੇ ਅਤੇ ਉੱਤਰ ਦੇਣ ਵਾਲੇ ਪਰਮੇਸ਼ਰ ਹੋ ਪਿਤਾ। ਤੁਹਾਡੀਆਂ ਸਾਰੀਆਂ ਭਲਾਈਆਂ, ਚੰਗਿਆਈਆਂ, ਦਇਆ ਦੇ ਲਈ ਖੁਦਾਵੰਦ ਸਾਰੇ ਮਿਲ ਕੇ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ।
ਸੱਚਮੁੱਚ ਅਸੀਂ ਧੰਨ ਆ ਪਿਤਾ ਜੋ ਸਾਡਾ ਪਰਮੇਸ਼ਰ ਯਹੋਵਾ ਆ। ਅਸੀਂ ਧੰਨ ਕੌਮ ਆ ਜੋ ਤੁਸੀਂ ਸਾਨੂੰ ਚੁਣ ਲਿਆ ਪ੍ਰਭੂ ਜੀ। ਅਸੀਂ ਧੰਨ ਆ ਪਿਤਾ ਪਰਮੇਸ਼ਰ ਜੋ ਤੁਸੀਂ ਸਾਨੂੰ ਆਪਣੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ। ਖੁਦਾਵੰਦ ਤੁਸੀਂ ਸਾਨੂੰ ਅਕਲ ਮਤ ਬੁੱਧ ਅਤੇ ਗਿਆਨ ਦੇਣ ਵਾਲੇ ਵਚਨ ਦਿੱਤੇ। ਇਸ ਵਚਨ ਰੂਪੀ ਦੋ ਧਾਰੀ ਤਲਵਾਰ ਨੂੰ ਤੁਸੀਂ ਸਾਨੂੰ ਦਿੱਤਾ ਪ੍ਰਭੂ ਜੀ। ਤੁਸੀਂ ਆਪਣੀ ਕਿਰਪਾ ਅਤੇ ਆਸ਼ੀਸ਼ ਦੇ ਨਾਲ ਸਾਨੂੰ ਭਰਿਆ ਖੁਦਾਵੰਦ। ਸੱਚਮੁੱਚ ਦਿਲ ਤੋਂ ਧੰਨਵਾਦ ਕਰਦੇ ਆ ਪ੍ਰਭੂ ਜੀ ਇਹਨਾਂ ਸਾਰੀਆਂ ਭਲਾਈਆਂ ਦੇ ਲਈ, ਔਰ ਸ਼ੁਕਰ ਕਰਦੇ ਅੱਜ ਦੇ ਇਸ ਪਵਿੱਤਰ ਅਨਮੋਲ ਅਤੇ ਜ਼ਿੰਦਗੀ ਦੇਣ ਵਾਲੇ ਵਚਨ ਦੇ ਲਈ ਪਿਤਾ ਪਰਮੇਸ਼ਰ, ਜੋ ਅੱਜ ਦੇ ਜ਼ਿੰਦਾ ਵਚਨ ਦੇ ਦੁਆਰਾ ਤੁਸੀਂ ਸਾਨੂੰ ਦੱਸਿਆ ਖੁਦਾਵੰਦ ਕਿ ਕੌਣ ਤੁਹਾਡੇ ਰਾਜ ਦੇ ਲਈ ਤਿਆਰ ਹੋਵੇਗਾ ਔਰ ਕੌਣ ਤੁਹਾਡੇ ਉਸ ਸਦਾ ਦੇ ਨਰਕ ਦੇ ਲਈ ਤਿਆਰ ਹੋਵੇਗਾ। ਸੱਚਮੁੱਚ ਖੁਦਾਵੰਦ ਤੁਸੀਂ ਸਦਾ ਦਾ ਜੀਵਨ ਅਤੇ ਸਦਾ ਦਾ ਰਾਜ ਸਾਡੇ ਲਈ ਤਿਆਰ ਕਰਕੇ ਰੱਖਿਆ, ਪਰ ਅਸੀਂ ਇਸ ਸੰਸਾਰ ਦੇ ਵਿੱਚ ਪਾਪ ਦੇ ਵਿੱਚ ਪੈ ਕੇ ਤੁਹਾਡੇ ਰਾਜ ਤੋਂ ਮੂੰਹ ਫੇਰ ਲਿਆ ਪ੍ਰਭੂ ਜੀ। ਅਸੀਂ ਉਸ ਹੋਣੇ ਕੰਮ ਨੂੰ ਅਣਹੋਣਿਆ ਕਰ ਦਿੱਤਾ ਪਿਤਾ। ਅਸੀਂ ਤੁਹਾਡੀ ਆਵਾਜ਼ ਨੂੰ ਨਾ ਸੁਣਿਆ, ਪਰ ਸੰਸਾਰਿਕ ਆਵਾਜ਼ ਦੇ ਪਿੱਛੇ ਪੈ ਕੇ ਅਸੀਂ ਵਿਅਰਥ ਦੇ ਕੰਮਾਂ ਦੇ ਵਿੱਚ ਪੈ ਗਏ ਪਿਤਾ। ਉਸ ਸਾਰੇ ਪਾਪਾਂ ਗਲਤੀਆਂ ਗੁਨਾਹਾਂ ਤੋਂ ਸਾਨੂੰ ਸ਼ੁੱਧ ਕਰੋ। ਅਸੀਂ ਸੰਸਾਰਿਕ ਰੂਪ ਜਿਹੇ ਕਠੋਰ ਨਾ ਹੋਈਏ ਪਿਤਾ। ਅਸੀਂ ਸੰਸਾਰਿਕ ਚਾਲ ਚੱਲਣ ਵਾਲੇ ਨਾ ਹੋਈਏ ਪ੍ਰਭੂ ਜੀ। ਅਸੀਂ ਸੰਸਾਰਿਕ ਲੋਕਾਂ ਦਾ ਪਿੱਛਾ ਨਾ ਕਰੀਏ, ਪਰ ਤੁਹਾਡਾ ਪਿੱਛਾ ਕਰੀਏ ਪਿਤਾ ਪਰਮੇਸ਼ਰ। ਤੁਹਾਡੀ ਦਇਆ ਕਿਰਪਾ ਦੇ ਵਿੱਚ ਵਾਧੇ ਚਲੇ ਜਾਈਏ। ਤੁਹਾਡਾ ਸਦਾ ਦਾ ਨੇਮ ਸਾਡੇ ਨਾਲ ਬੰਨਿਆ ਜਾਵੇ ਪ੍ਰਭੂ ਜੀ। ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬਲੈਸ ਕਰੋ, ਆਸ਼ੀਸ਼ਿਤ ਸ਼ੁੱਧ ਪਵਿੱਤਰ ਕਰੋ ਮਹਾਨ ਪਿਤਾ। ਦਇਆ ਕਰੋ ਪ੍ਰਭੂ ਜੀ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ ਪਿਤਾ, ਜੋ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਆ ਕਿ ਤੁਸੀਂ ਮੈਨੂੰ ਭੁੱਖੇ ਨੂੰ ਖਾਣਾ ਦਿੱਤਾ, ਨੰਗੇ ਨੂੰ ਵਸਤਰ ਦਿੱਤੇ, ਧਿਆਏ ਨੂੰ ਪਾਣੀ ਦਿੱਤਾ, ਪਰਦੇਸੀ ਨੂੰ ਘਰ ਉਤਾਰਿਆ। ਅਤੇ ਪਿਤਾ ਪਰਮੇਸ਼ਰ ਅਜਿਹੇ ਹੀ ਕੰਮ ਅਸੀਂ ਕਰਨ ਵਾਲੇ ਹੋ ਜਾਈਏ। ਜੋ ਵੀ ਦੁਖੀ ਬਿਮਾਰ ਪਰੇਸ਼ਾਨ ਲਾਚਾਰ ਸਾਡੇ ਕੋਲ ਆਵੇ ਪਿਤਾ, ਅਸੀਂ ਮਹਿਸੂਸ ਕਰੀਏ ਕਿ ਤੁਹਾਡਾ ਆਤਮਾ ਉਹਦੇ ਵਿੱਚ ਵਸਦਾ ਆ, ਅਤੇ ਤੁਹਾਡੇ ਆਤਮਾ ਦੇ ਵਾਸ ਹੋਣ ਕਰਕੇ ਤੁਹਾਡੇ ਰੂਪ ਨੂੰ ਉਹਦੇ ਵਿੱਚ ਦੇਖਦੇ ਹੋਏ ਅਸੀਂ ਉਸ ਹਰ ਇੱਕ ਜ਼ਰੂਰਤਮੰਦ ਦੀ ਮਦਦ ਕਰੀਏ ਪ੍ਰਭੂ ਜੀ। ਆਪਣੀ ਦਇਆ ਦੇ ਵਸੀਲੇ ਉਹਨਾਂ ਨੂੰ ਪਵਿੱਤਰ ਕਰੋ, ਸ਼ੁੱਧ ਕਰੋ, ਆਜ਼ਾਦ ਕਰੋ ਪਿਤਾ। ਮਹਾਨ ਪਰਮੇਸ਼ਰ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ। ਸਾਡੀ ਮਦਦ ਸਹਾਇਤਾ ਅਗਵਾਈ ਕਰੋ ਪਿਤਾ ਜੀ, ਤਾਂ ਅੱਜ ਅਸੀਂ ਉਹਨਾਂ ਰਾਹਾਂ ਦੇ ਉੱਤੇ ਚੱਲੀਏ ਪਿਤਾ ਜਿਹੜੇ ਰਾਹ ਤੁਹਾਡੇ ਰਾਹ ਦੇ ਵੱਲ ਜਾਂਦੇ ਨੇ। ਅਸੀਂ ਰਾਜੇ ਦੇ ਅਤੇ ਉਹਦੇ ਦੂਤਾਂ ਦੇ ਲਈ ਰਾਹਾਂ ਨੂੰ ਤਿਆਰ ਕਰੀਏ, ਪਰ ਅਸੀਂ ਸ਼ੈਤਾਨ ਅਤੇ ਉਹਦੇ ਦੂਤਾਂ ਦਾ ਨਾਸ਼ ਕਰਨ ਵਾਲੇ ਹੋ ਜਾਈਏ ਪਿਤਾ ਜੀ। ਅਸੀਂ ਵਿਅਰਥ ਦੀਆਂ ਗੱਲਾਂ ਅਤੇ ਵਿਅਰਥ ਦੇ ਸ਼ੌਂਕਾਂ ਅਤੇ ਵਿਅਰਥ ਹੀ ਪੈਸੇ ਨੂੰ ਨਾ ਇਕੱਠਾ ਕਰੀਏ। ਅਸੀਂ ਸੰਸਾਰਿਕ ਅਤੇ ਨਾਸ਼ਵਾਨ ਧਨ ਦਾ ਪਿੱਛਾ ਨਾ ਕਰੀਏ ਪਿਤਾ, ਪਰ ਉਸ ਸਵਰਗ ਰਾਜ ਦੇ ਧਨ ਨੂੰ ਇਕੱਠਾ ਕਰੀਏ ਪ੍ਰਭੂ ਜੀ, ਜੋ ਸਾਡੇ ਖਾਤੇ ਦੇ ਵਿੱਚ ਵਾਧਾ ਚਲਾ ਜਾਵੇ, ਜੋ ਸਾਨੂੰ ਅਮੀਰ ਕਰੇ ਉਸ ਸਵਰਗ ਰਾਜ ਦੇ ਵਿੱਚ, ਜੋ ਸਾਨੂੰ ਸੱਚਮੁੱਚ ਮਾਣ ਅਤੇ ਸਨਮਾਨਿਤ ਕਰੇ ਉਸ ਰਾਜ ਦੇ ਵਿੱਚ। ਜਦੋਂ ਸਾਡੇ ਸਵਰਗ ਰਾਜ ਦੇ ਵਿੱਚ ਸਾਡੀ ਪੋਥੀ, ਸਾਡਾ ਗੁਲਕ ਖੋਲਿਆ ਜਾਵੇ, ਤਾਂ ਅਸੀਂ ਉਸ ਰਾਜ ਦੇ ਵਿੱਚ ਸਭ ਤੋਂ ਅਮੀਰ ਹੋਈਏ ਪਿਤਾ। ਸਾਡੇ ਕੋਲੇ ਧਰਤੀ ਦਾ ਧਨ ਬੇਸ਼ੱਕ ਨਾ ਹੋਵੇ ਪ੍ਰਭੂ ਜੀ, ਪਰ ਅਸੀਂ ਸਵਰਗ ਰਾਜ ਦੇ ਧਨ ਦੇ ਵਿੱਚ, ਸਵਰਗ ਰਾਜ ਦੇ ਵਿੱਚ ਸਭ ਤੋਂ ਅਮੀਰ ਪਾਈਏ ਪਿਤਾ ਪਰਮੇਸ਼ਰ। ਤੁਹਾਡੇ ਨਾਮ ਦੇ ਵਿੱਚ ਵਾਧੇ ਚਲੇ ਜਾਈਏ। ਸਾਡੀਆਂ ਜੀਵਨ ਦੀਆਂ ਪੋਥੀਆਂ ਜਦ ਖੋਲੀਆਂ ਜਾਣ ਪਿਤਾ, ਤਾਂ ਤੁਸੀਂ ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਉੱਠੋ ਅਤੇ ਸਾਨੂੰ ਗਲੇ ਲਗਾਓ ਪ੍ਰਭੂ ਜੀ। ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਅਤੇ ਤੁਹਾਨੂੰ ਮਹਿਮਾ ਦੇਣ ਵਾਲਾ ਹੋਵੇ ਪਿਤਾ ਪਰਮੇਸ਼ਰ। ਜ਼ਿੰਦਗੀ ਦੇ ਹਰ ਇੱਕ ਪਲ ਦੇ ਵਿੱਚ ਤੁਹਾਡੀ ਮਰਜ਼ੀ ਇੱਛਾ ਨੂੰ ਅਤੇ ਤੁਹਾਡੇ ਆਨੰਦ, ਤੁਹਾਡੀ ਖੁਸ਼ੀ ਨੂੰ ਮੰਗਦੇ ਹੋਏ ਪਿਤਾ ਪਰਮੇਸ਼ਰ। ਸਾਰੇ ਭੈਣਾਂ ਭਾਈਆਂ ਨੂੰ, ਇਹਨਾਂ ਘਰਾਂ ਪਰਿਵਾਰਾਂ ਨੂੰ ਤੁਹਾਡੇ ਜ਼ਿੰਦਾ ਲਹੂ ਦੇ ਵਿੱਚ ਕਵਰ ਕਰਦੇ ਪ੍ਰਭੂ ਜੀ। ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੇਨ, ਆਮੇਨ, ਆਮੇਨ।